ਮੇਰਾ ਵਿਆਹ ਇੱਕ ਅਮੀਰ ਘਰ ਵਿੱਚ ਹੋਇਆ ਸੀ। ਵਿਆਹ ਦੀ ਪਹਿਲੀ ਰਾਤ ਮੇਰੇ ਸੱਸ ਸਹੁਰੇ ਨੇ ਕਿਹਾ ਕਿ ਬੇਟੀ, ਜੇ ਤੈਨੂੰ ਆਪਣੀ ਜਾਨ ਪਿਆਰੀ ਆ ਤਾਂ ਇੱਥੋਂ ਫੌਰਨ ਭੱਜ ਜਾ। ਲੇਕਿਨ ਮੈਂ ਤਾਂ ਆਪਣੇ ਪਤੀ ਨਾਲ ਬਹੁਤ ਖੁਸ਼ ਸੀ। ਇੱਕ ਦਿਨ ਮੈਂ ਇਹ ਗੱਲ ਆਪਣੇ ਪਤੀ ਨੂੰ ਦੱਸ ਦਿੱਤੀ। ਅਗਲੇ ਦਿਨ ਸਵੇਰ ਜਦੋਂ ਮੈਂ ਉੱਠੀ ਤਾਂ ਮੇਰੇ ਸੱਸ ਸਹੁਰਾ ਘਰ ਵਿੱਚ ਨਹੀਂ ਸੀ। ਪਤੀ ਨੂੰ ਪੁੱਛਿਆ ਤਾਂ ਪਤੀ ਕਹਿਣ ਲੱਗਿਆ ਆਪਣੇ ਰਿਸ਼ਤੇਦਾਰਾਂ ਦੇ ਘਰ ਚਲੇ ਗਏ ਆ। ਮੈਨੂੰ ਕੁਝ ਅਜੀਬ ਲੱਗਿਆ। ਮੈਂ ਜਦੋਂ ਸੱਸ ਸਹੁਰੇ ਦੇ ਕਮਰੇ ਵਿੱਚ ਗਈ ਤਾਂ ਅੰਦਰ ਦਾ ਦ੍ਰਿਸ਼ ਦੇਖ ਕੇ ਮੇਰੀਆਂ ਲੱਤਾਂ ਕੰਬਣ ਲੱਗ ਗਈਆਂ, ਕਿਉਂਕਿ ਅੰਦਰ ਤਾਂ ਮੇਰਾ ਨਾਮ ਸੁਧਾ ਹੈ। ਘਰ ਦੇ ਹਾਲਾਤਾਂ ਤੋਂ ਤੰਗ ਆ ਕੇ ਮੈਨੂੰ ਨੌਕਰੀ ਦੀ ਜ਼ਰੂਰਤ ਪੇਸ਼ ਆਈ, ਕਿਉਂਕਿ ਮੇਰੀ ਪੜ੍ਹਾਈ ਚੰਗੀ ਸੀ। ਇਸ ਲਈ ਮੈਨੂੰ ਕਿਸੇ ਵੀ ਕੰਪਨੀ ਵਿੱਚ ਚੰਗੀ ਨੌਕਰੀ ਮਿਲ ਸਕਦੀ ਸੀ। ਮੈਨੂੰ ਹਮੇਸ਼ਾ ਤੋਂ ਹੀ ਪੜ੍ਹਾਈ ਦਾ ਸ਼ੌਂਕ ਸੀ ਤੇ ਮੈਂ ਆਪਣੇ ਸ਼ੌਂਕ ਨੂੰ ਬਹੁਤ ਮਿਹਨਤ ਦੇ ਨਾਲ ਪੂਰਾ ਕੀਤਾ ਸੀ। ਅਸੀਂ ਬਹੁਤ ਗਰੀਬ ਲੋਕ ਸੀ। ਖਾਨਦਾਨ ਵਿੱਚ ਕੋਈ ਇੰਨਾ ਪੜ੍ਹਿਆ ਲਿਖਿਆ ਨਹੀਂ ਸੀ ਜਿੰਨਾ ਕਿ ਮੇਰੇ ਪਾਪਾ ਨੇ ਮੈਨੂੰ ਪੜ੍ਹਾਇਆ ਸੀ। ਇਸ ਦੀ ਵਜ੍ਹਾ ਇਹ ਸੀ ਕਿ ਮੇਰੇ ਪਾਪਾ ਪੜ੍ਹਾਈ ਦੇ ਮਾਮਲੇ ਵਿੱਚ ਕਦੇ ਵੀ ਪੁਰਾਣੀ ਸੋਚ ਨਹੀਂ ਰੱਖਦੇ ਸੀ। ਲੜਕੀਆਂ ਨੂੰ ਪੜ੍ਹਾਈ ਨਹੀਂ ਕਰਵਾਉਣੀ ਚਾਹੀਦੀ, ਬਲਕਿ ਉਹ ਹਮੇਸ਼ਾ ਇਸ ਗੱਲ ਨੂੰ ਮੰਨਦੇ ਸੀ ਕਿ ਲੜਕੀਆਂ ਨੂੰ ਪੜ੍ਹਾਈ ਕਰਵਾਉਣਾ ਬਹੁਤ ਜ਼ਰੂਰੀ ਆ। ਉਹਨਾਂ ਦੀ ਇਹ ਸੋਚ ਮੇਰੇ ਲਈ ਬਹੁਤ ਚੰਗੀ ਸੀ ਅਤੇ ਮੇਰੇ ਲਈ ਬਹੁਤ ਹੀ ਫਾਇਦੇਮੰਦ ਸਾਬਤ ਹੋਈ। ਉਹਨਾਂ ਨੇ ਮੈਨੂੰ ਕਦੇ ਪੜ੍ਹਾਈ ਤੋਂ ਨਹੀਂ ਰੋਕਿਆ ਸੀ, ਜਦਕਿ ਸਾਡੇ ਰਿਸ਼ਤੇਦਾਰਾਂ ਦਾ ਇਹੀ ਕਹਿਣਾ ਸੀ ਕਿ ਲੜਕੀਆਂ ਨੂੰ ਪੜ੍ਹਾ ਲਿਖਾ ਕੇ ਕੀ ਕਰਨਾ, ਫਜ਼ੂਲ ਵਿੱਚ ਆਪਣਾ ਪੈਸਾ ਬਰਬਾਦ ਕਰ ਰਹੇ ਹੋ। ਇੱਕ ਨਾ ਇੱਕ ਦਿਨ ਤਾਂ ਬੇਟੀ ਨੂੰ ਵਿਦਾ ਕਰਕੇ ਅਗਲੇ ਘਰ ਭੇਜ ਹੀ ਦੇਣਾ। ਇਸ ਵਿੱਚ ਉਹਨੂੰ ਇੰਨਾ ਪੈਸਾ ਖਰਚ ਕਰਨ ਦੀ ਕੀ ਜ਼ਰੂਰਤ ਆ। ਮੇਰੀ ਭੂਆ ਨੇ ਪਾਪਾ ਨੂੰ ਹਮੇਸ਼ਾ ਇਹੀ ਸਲਾਹ ਦਿੱਤੀ ਸੀ ਕਿ ਜਲਦੀ ਤੋਂ ਜਲਦੀ ਬੇਟੀ ਦਾ ਵਿਆਹ ਕਰ ਦੇ। ਲੇਕਿਨ ਮੈਨੂੰ ਹਜੇ ਵਿਆਹ ਦਾ ਕੋਈ ਸ਼ੌਂਕ ਨਹੀਂ ਸੀ। ਮੈਂ ਹਾਲੇ ਵਿਆਹ ਨਹੀਂ ਕਰਨਾ ਚਾਹੁੰਦੀ ਸੀ। ਇਸ ਲਈ ਪਹਿਲਾਂ ਮੈਨੂੰ ਆਪਣੇ ਪੈਰਾਂ 'ਤੇ ਖੜਾ ਹੋਣਾ ਸੀ। ਇਸ ਦੇ ਬਾਅਦ ਹੀ ਵਿਆਹ ਦੇ ਬਾਰੇ ਵਿੱਚ ਕੁਝ ਸੋਚ ਸਮਝ ਸਕਦੀ ਸੀ। ਅਸੀਂ ਭੈਣ ਤੇ ਭਰਾ ਸੀ। ਮੇਰੇ ਨਾਲੋਂ ਛੋਟਾ ਇੱਕ ਭਰਾ ਸੀ। ਮੇਰਾ ਭਰਾ ਮੇਰੇ ਤੋਂ ਕਾਫੀ ਸਾਲ ਛੋਟਾ ਸੀ। ਉਹ ਸਕੂਲ ਜਾਇਆ ਕਰਦਾ ਸੀ। ਇਸ ਵਿੱਚ ਮੇਰੇ ਪਾਪਾ ਘਰ ਵਿੱਚ ਇਕੱਲੇ ਕਮਾਉਣ ਵਾਲੇ ਸੀ, ਜਦਕਿ ਮੈਂ ਉਹਨਾਂ ਦਾ ਸਹਾਰਾ ਬਣਨਾ ਚਾਹੁੰਦੀ ਸੀ। ਭਰਾ ਛੋਟਾ ਸੀ, ਇਸ ਲਈ ਉਹ ਪਾਪਾ ਦੇ ਨਾਲ ਕੰਮ ਵਿੱਚ ਹੱਥ ਨਹੀਂ ਵਟਾ ਸਕਦਾ ਸੀ। ਇਸ ਲਈ ਮੈਂ ਇਹੀ ਇਰਾਦਾ ਕੀਤਾ ਕਿ ਜਦੋਂ ਤੱਕ ਮੇਰਾ ਭਰਾ ਵੱਡਾ ਨਹੀਂ ਹੋ ਜਾਂਦਾ, ਮੈਂ ਆਪਣੇ ਪਾਪਾ ਦਾ ਹੱਥ ਵਟਾਵਾਂਗੀ, ਉਹਨਾਂ ਦਾ ਸਹਾਰਾ ਬਣਾਂਗੀ ਤੇ ਉਸ ਘਰ ਨੂੰ ਚਲਾਉਣ ਦੇ ਵਿੱਚ ਉਹਨਾਂ ਦੀ ਮਦਦ ਕਰੂੰਗੀ। ਕਿਉਂਕਿ ਮੇਰੇ ਪਾਪਾ ਨੇ ਹਮੇਸ਼ਾ ਹੀ ਬਹੁਤ ਮਿਹਨਤ ਕੀਤੀ। ਉਹ ਨਾ ਦਿਨ ਦੇਖਦੇ ਸੀ ਤੇ ਨਾ ਹੀ ਰਾਤ ਦੇਖਦੇ ਸੀ। ਸਾਡੇ ਲਈ ਬਹੁਤ ਮਿਹਨਤ ਕਰਦੇ ਸੀ। ਉਹਨਾਂ ਨੇ ਬਹੁਤ ਮਿਹਨਤ ਦੇ ਜਾਇਜ਼ ਤਰੀਕੇ ਨਾਲ ਪੈਸਾ ਕਮਾਇਆ ਸੀ ਤੇ ਅਸੀਂ ਦੋਨੋਂ ਭੈਣ ਭਾਈ ਨੂੰ ਪਾਲਿਆ ਸੀ। ਮੇਰੀ ਇੱਛਾ ਪੂਰੀ ਕਰਨ ਦੇ ਲਈ ਮੇਰੀ ਇੰਨੀ ਜ਼ਿਆਦਾ ਫੀਸ ਭਰਦੇ ਸੀ ਕਿ ਜਿੰਨੀ ਉਹਨਾਂ ਦੀ ਹੈਸੀਅਤ ਵੀ ਨਹੀਂ ਸੀ। ਘਰ ਵਿੱਚ ਖਰਚ ਘੱਟ ਕਰਨੇ ਤੇ ਆਪਣੇ ਸ਼ੌਂਕ ਘੱਟ ਕਰਨੇ, ਲੇਕਿਨ ਮੇਰੀ ਪੜ੍ਹਾਈ ਦਾ ਖਰਚਾ ਜ਼ਰੂਰ ਪੂਰਾ ਕਰਦੇ ਸੀ। ਮੈਂ ਪੜ੍ਹ ਲਿਖ ਜਾਵਾਂ ਤੇ ਮੇਰਾ ਸ਼ੌਂਕ ਪੂਰਾ ਹੋ ਜਾਵੇ। ਪਾਪਾ ਨੇ ਕਦੇ ਮੈਨੂੰ ਇਸ ਮਕਸਦ ਦੇ ਲਈ ਨਹੀਂ ਪੜ੍ਹਾਇਆ ਸੀ ਕਿ ਬਾਅਦ ਵਿੱਚ ਮੈਂ ਉਹਨਾਂ ਦਾ ਕੰਮ ਕਰ ਦੇਵਾਂਗੀ। ਪਾਪਾ ਸਿਰਫ ਤੇ ਸਿਰਫ ਮੇਰਾ ਸ਼ੌਂਕ ਪੂਰਾ ਕਰਨਾ ਚਾਹੁੰਦੇ ਸੀ। ਪਾਪਾ ਅਕਸਰ ਕਹਿੰਦੇ ਸੀ ਕਿ ਉਹ ਆਪਣੇ ਬੱਚਿਆਂ ਦੇ ਲਈ ਉਹ ਹਰ ਇੱਛਾ ਪੂਰੀ ਕਰਨਾ ਚਾਹੁੰਦੇ ਆ ਜਿਸ ਵਿੱਚ ਮੇਰੇ ਬੱਚੇ ਦੀ ਖੁਸ਼ੀ ਹੋਵੇ। ਜਿਸ ਹੱਦ ਤੱਕ ਪਾਪਾ ਤੋਂ ਮੁਮਕਿਨ ਹੁੰਦਾ ਸੀ, ਉਹ ਸਾਡੀ ਖੁਸ਼ੀ ਦੇ ਲਈ ਸਭ ਕੁਝ ਕਰਦੇ। ਅਸੀਂ ਵੀ ਉਹਨਾਂ ਲਈ ਕੋਈ ਸ਼ਿਕਾਇਤ ਨਹੀਂ ਰੱਖੀ ਸੀ, ਬਲਕਿ ਮੇਰੀ ਮਾਂ ਵੀ ਉਹਨਾਂ ਦਾ ਪੂਰਾ ਸਾਥ ਦਿੰਦੀ ਸੀ। ਮੇਰੀ ਮਾਂ ਬਹੁਤ ਚੰਗੀ ਮਾਂ ਸਾਬਤ ਹੋਈ। ਉਹ ਇੱਕ ਬਹੁਤ ਹੀ ਚੰਗੀ ਪਤਨੀ ਸਾਬਤ ਹੋਈ। ਉਹ ਮੇਰੇ ਪਾਪਾ ਦਾ ਹਰ ਕਦਮ 'ਤੇ ਸਾਥ ਦਿੰਦੀ, ਹਰ ਮੁਸ਼ਕਲ ਆਸਾਨੀ ਇੱਕ ਸਾਥ ਗੁਜ਼ਾਰਦੇ ਸੀ। ਇਹੀ ਵਜ੍ਹਾ ਸੀ ਕਿ ਉਹਨਾਂ ਦੋਨਾਂ ਵਿੱਚ ਬਹੁਤ ਮੁਹੱਬਤ ਸੀ। ਜਦੋਂ ਮੇਰੀ ਮਾਂ ਮੈਨੂੰ ਇਸ ਗੱਲ ਦਾ ਜ਼ਿਕਰ ਕਰਦੀ, ਮੈਂ ਸੋਚਦੀ ਕਾਸ਼ ਮੇਰਾ ਹਮਸਫ਼ਰ ਵੀ ਅਜਿਹਾ ਹੋਵੇ ਜਿਵੇਂ ਮੇਰੇ ਪਾਪਾ ਹਨ। ਆਪਣੀ ਛੋਟੀ ਜਿਹੀ ਜ਼ਿੰਦਗੀ ਵਿੱਚ ਬਹੁਤ ਖੁਸ਼ ਰਿਹਾ ਕਰਦੇ ਸੀ, ਲੇਕਿਨ ਫਿਰ ਜ਼ਿੰਦਗੀ ਵਿੱਚ ਅਜਿਹਾ ਤੂਫਾਨ ਆਇਆ ਜਿਸ ਨੇ ਸਾਡੀ ਸਾਰੀ ਜ਼ਿੰਦਗੀ ਉਲਟ ਪਲਟ ਕਰਕੇ ਰੱਖ ਦਿੱਤੀ। ਮੇਰੀ ਪੜ੍ਹਾਈ ਜੋ ਕਿ ਪੂਰੀ ਹੋ ਚੁੱਕੀ ਸੀ, ਇਸ ਵਿੱਚ ਮੇਰੇ ਪਾਪਾ ਨੇ ਮੇਰਾ ਵਿਆਹ ਕਰਨ ਦਾ ਫੈਸਲਾ ਕਰ ਲਿਆ ਤੇ ਮੈਂ ਵੀ ਉਹਨਾਂ ਦੀ ਗੱਲ ਉੱਤੇ ਜ਼ਿਆਦਾ ਇਤਰਾਜ਼ ਨਹੀਂ ਉਠਾਇਆ। ਪਾਪਾ ਦਾ ਕਹਿਣਾ ਸੀ ਕਿ ਮੈਂ ਚਾਹੁੰਦਾ ਮੇਰੀ ਬੇਟੀ ਜਲਦ ਤੋਂ ਜਲਦ ਆਪਣੇ ਘਰ ਦੀ ਹੋ ਜਾਵੇ ਤੇ ਆਪਣੇ ਪਾਪਾ ਦੀ ਖੁਸ਼ੀ ਦੇ ਲਈ ਮੈਂ ਵੀ ਹਾਂ ਕਰ ਦਿੱਤੀ। ਹਾਲਾਂਕਿ ਮੇਰੇ ਵਿਆਹ ਕਰਨ ਦਾ ਇਰਾਦਾ ਨਹੀਂ ਸੀ, ਲੇਕਿਨ ਪਾਪਾ ਦੀ ਖੁਸ਼ੀ ਦੇ ਲਈ ਮੈਂ ਹਾਂ ਕਰ ਦਿੱਤੀ। ਮੈਂ ਤਾਂ ਚਾਹੁੰਦੀ ਸੀ ਕਿ ਮੈਂ ਪਾਪਾ ਦਾ ਸਹਾਰਾ ਬਣਾ, ਲੇਕਿਨ ਪਾਪਾ ਦਾ ਕਹਿਣਾ ਸੀ ਕਿ ਜੇ ਤੂੰ ਵਿਆਹ ਕਰਕੇ ਘਰੇ ਚਲੀ ਜਾਵੇਂਗੀ ਤਾਂ ਮੈਂ ਨਿਸ਼ਚਿੰਤ ਹੋ ਜਾਵਾਂਗਾ, ਮੈਨੂੰ ਕੋਈ ਚਿੰਤਾ ਨਹੀਂ ਰਹੇਗੀ। ਪਾਪਾ ਨੇ ਸਮਝਾਇਆ ਕਿ ਜੇ ਤੂੰ ਮੇਰੀ ਮਦਦ ਕਰਨਾ ਚਾਹੁੰਦੀ ਆ ਤਾਂ ਤੂੰ ਇਸ ਤਰੀਕੇ ਨਾਲ ਕਰਕੇ ਵਿਆਹ ਦੇ ਲਈ ਰਾਜ਼ੀ ਹੋ ਜਾ ਤੇ ਮੇਰੇ ਉੱਤੇ ਮੇਰਾ ਫਰਜ਼ ਨੂੰ ਪੂਰਾ ਕਰ ਲੈਣ ਦੇ। ਮਜਬੂਰੀ ਵਿੱਚ ਮੈਂ ਵਿਆਹ ਦੇ ਲਈ ਹਾਂ ਕਰ ਦਿੱਤੀ। ਮੇਰੀ ਹਾਂ ਸੁਣ ਕੇ ਪਾਪਾ ਬਹੁਤ ਖੁਸ਼ ਹੋਏ। ਮੈਂ ਆਪਣੇ ਪਾਪਾ ਨੂੰ ਦੁਖੀ ਨਹੀਂ ਦੇਖ ਸਕਦੀ ਸੀ। ਪਾਪਾ ਨੇ ਮੇਰਾ ਪੂਰਾ ਖਿਆਲ ਰੱਖਿਆ।
ਇਸ ਵਿੱਚ ਮੁਮਕਿਨ ਨਹੀਂ ਸੀ ਕਿ ਮੈਂ ਇਨਕਾਰ ਕਰ ਪਾਉਂਦੀ। ਪਾਪਾ ਦੇ ਦੋਸਤ ਨੇ ਆਪਣੇ ਬੇਟੇ ਦੇ ਲਈ ਮੇਰਾ ਹੱਥ ਮੰਗਿਆ। ਪਾਪਾ ਖੁਸ਼ੀ-ਖੁਸ਼ੀ ਰਿਸ਼ਤੇ ਦੇ ਲਈ ਰਾਜ਼ੀ ਹੋ ਗਏ। ਮੈਨੂੰ ਪਾਪਾ ਦੇ ਇਸ ਦੋਸਤ ਵਿੱਚ ਕੋਈ ਖਾਸ ਉਮੀਦ ਨਹੀਂ ਸੀ, ਲੇਕਿਨ ਮੈਂ ਇਹ ਸੋਚ ਕੇ ਚੁੱਪ ਰਹੀ ਕਿ ਪਾਪਾ ਮੇਰੇ ਨਾਲ ਜੋ ਕਰਨਗੇ ਚੰਗਾ ਹੀ ਕਰਨਗੇ। ਵਿਆਹ ਦੀਆਂ ਸਾਰੀਆਂ ਤਿਆਰੀਆਂ ਹੋ ਚੁੱਕੀਆਂ ਸੀ। ਮੇਰੇ ਪਾਪਾ ਨੇ ਮੇਰੇ ਲਈ ਉਹ ਹਰ ਚੀਜ਼ ਖਰੀਦੀ ਹੋਈ ਸੀ ਕਿ ਬਾਪ ਜੋ ਆਪਣੀ ਬੇਟੀ ਨੂੰ ਦੇਣ ਦੇ ਬਾਰੇ ਵਿੱਚ ਸੋਚਦਾ। ਮੇਰੇ ਪਾਪਾ ਨੇ ਪੂਰੀ ਕੋਸ਼ਿਸ਼ ਕੀਤੀ ਕਿ ਕਿਸੇ ਚੀਜ਼ ਦੀ ਵੀ ਕੋਈ ਕਮੀ ਨਾ ਰਹੇ। ਵਿਆਹ ਦੀ ਤਰੀਕ ਤੈਅ ਹੋ ਚੁੱਕੀ ਸੀ, ਲੇਕਿਨ ਬਦਕਿਸਮਤੀ ਨਾਲ ਵਿਆਹ ਦੇ ਪਹਿਲੇ ਹਫ਼ਤੇ ਹੀ ਮੇਰੇ ਪਾਪਾ ਦਾ ਐਕਸੀਡੈਂਟ ਹੋ ਗਿਆ, ਜਿਸ ਵਿੱਚ ਉਹ ਕਾਫੀ ਬੁਰੀ ਤਰ੍ਹਾਂ ਜ਼ਖਮੀ ਹੋ ਗਏ। ਉਹ ਹਸਪਤਾਲ ਵਿੱਚ ਸੀ, ਜਿਸ ਦੀ ਵਜ੍ਹਾ ਨਾਲ ਵਿਆਹ ਰੋਕਣਾ ਪਿਆ ਤੇ ਉਹਨਾਂ ਦੇ ਇਲਾਜ ਦੇ ਲਈ ਚੰਗੀ ਖਾਸੀ ਰਕਮ ਦੀ ਜ਼ਰੂਰਤ ਸੀ। ਉਹਨਾਂ ਦੀਆਂ ਦੋਨੋਂ ਲੱਤਾਂ ਬੁਰੀ ਤਰ੍ਹਾਂ ਨਾਲ ਜ਼ਖਮੀ ਹੋ ਗਈਆਂ ਸੀ ਤੇ ਉਹਨਾਂ ਦੇ ਇਲਾਜ ਦੇ ਲਈ ਬਹੁਤ ਪੈਸੇ ਚਾਹੀਦੇ ਸੀ, ਜਦਕਿ ਸਾਡੇ ਕੋਲ ਇੰਨੇ ਪੈਸੇ ਨਹੀਂ ਸੀ। ਇਸ ਵਿੱਚ ਮੈਂ ਆਪਣੇ ਕੀਮਤੀ ਚੀਜ਼ਾਂ ਵੇਚ ਦਿੱਤੀਆਂ ਜੋ ਪਾਪਾ ਨੇ ਬੜੇ ਪਿਆਰ ਨਾਲ ਮੇਰੇ ਲਈ ਬਣਾਈਆਂ ਸੀ। ਮੇਰੇ ਲਈ ਤਾਂ ਸਭ ਤੋਂ ਜ਼ਿਆਦਾ ਜ਼ਰੂਰੀ ਮੇਰੇ ਪਾਪਾ ਦੀ ਜ਼ਿੰਦਗੀ ਸੀ। ਉਸ ਦੇ ਲਈ ਮੈਂ ਕੋਈ ਵੀ ਕੀਮਤ ਚੁਕਾਉਣ ਦੇ ਲਈ ਤਿਆਰ ਸੀ। ਇਸ ਲਈ ਮੈਂ ਆਪਣੇ ਦਹੇਜ ਦੀਆਂ ਸਾਰੀਆਂ ਕੀਮਤੀ ਚੀਜ਼ਾਂ ਵੇਚ ਦਿੱਤੀਆਂ। ਪਾਪਾ ਦੇ ਦੋਸਤ ਨੂੰ ਜਦੋਂ ਇਸ ਗੱਲ ਦਾ ਪਤਾ ਲੱਗਿਆ ਤਾਂ ਮੈਂ ਆਪਣੀ ਸਾਰੀ ਜੁਐਲਰੀ ਅਤੇ ਕੀਮਤੀ ਸਮਾਨ ਵੇਚ ਦਿੱਤਾ। ਪਾਪਾ ਦੇ ਇਲਾਜ ਉੱਪਰ ਪੈਸਾ ਲਗਾ ਦਿੱਤਾ ਤਾਂ ਫਿਰ ਉਹਨਾਂ ਨੇ ਵਿਆਹ ਤੋਂ ਸਾਫ਼ ਇਨਕਾਰ ਕਰ ਦਿੱਤਾ। ਮੈਂ ਨਹੀਂ ਜਾਣਦੀ ਸੀ ਕਿ ਇਨਕਾਰ ਦੀ ਵਜ੍ਹਾ ਕੀ ਸੀ। ਇਹ ਤਾਂ ਮੈਨੂੰ ਪਤਾ ਸੀ ਕਿ ਉਹਨਾਂ ਦੀ ਤਾਂ ਬਸ ਪੈਸੇ ਅਤੇ ਦਹੇਜ ਵਿੱਚ ਦਿਲਚਸਪੀ ਸੀ। ਜੋ ਪਾਪਾ ਮੈਨੂੰ ਵਿਆਹ ਦੇ ਸਮੇਂ ਦੇਣ ਵਾਲੇ ਸੀ, ਪਰ ਜਦੋਂ ਉਹਨਾਂ ਨੂੰ ਪਤਾ ਲੱਗਿਆ ਕਿ ਸਾਰੀਆਂ ਚੀਜ਼ਾਂ ਮੈਂ ਪਾਪਾ ਦੇ ਇਲਾਜ ਦੇ ਲਈ ਵੇਚ ਦਿੱਤੀਆਂ ਤਾਂ ਵਿਆਹ ਦਾ ਕੋਈ ਮਕਸਦ ਹੀ ਨਹੀਂ ਰਹਿ ਗਿਆ ਸੀ। ਸ਼ੁਰੂ ਵਿੱਚ ਤਾਂ ਪਾਪਾ ਦੇ ਦੋਸਤ ਇਸ ਵਿਆਹ ਨੂੰ ਟਾਲਦੇ ਰਹੇ, ਲੇਕਿਨ ਫਿਰ ਹੌਲੀ-ਹੌਲੀ ਸਮਾਂ ਗੁਜ਼ਰਦਾ ਗਿਆ ਤੇ ਨਾਲ-ਨਾਲ ਉਹਨਾਂ ਦੀ ਆਪਣੀ ਅਸਲੀਅਤ ਦਿਖਾ ਦਿੱਤੀ। ਆਪਣੇ ਬੇਟੇ ਦਾ ਵਿਆਹ ਕਿਸੇ ਹੋਰ ਅਮੀਰ ਘਰਾਣੇ ਵਿੱਚ ਤੈਅ ਕਰ ਦਿੱਤਾ। ਇਸ ਵਿੱਚ ਸਾਡੇ ਘਰ ਦੇ ਹਾਲਾਤ ਵਕਤ ਗੁਜ਼ਰਨ ਦੇ ਨਾਲ-ਨਾਲ ਹੋਰ ਵੀ ਖਰਾਬ ਹੋਣ ਲੱਗੇ। ਪਾਪਾ ਦੇ ਇਲਾਜ ਦੇ ਲਈ ਪੈਸੇ ਦੀ ਜ਼ਰੂਰਤ ਸੀ। ਫਿਰ ਮੈਨੂੰ ਨੌਕਰੀ ਕਰਨੀ ਪਈ ਤੇ ਹੁਣ ਮੇਰੇ ਕੋਲ ਨੌਕਰੀ ਕਰਨ ਦੀ ਵਜ੍ਹਾ ਵੀ ਸੀ। ਇਸ ਲਈ ਮੈਂ ਨੌਕਰੀ ਤਲਾਸ਼ ਕਰਨਾ ਸ਼ੁਰੂ ਕਰ ਦਿੱਤੀ। ਨੌਕਰੀ ਮਿਲਣ ਵਿੱਚ ਮੈਨੂੰ ਜ਼ਿਆਦਾ ਸਮਾਂ ਨਹੀਂ ਲੱਗਿਆ। ਮੈਨੂੰ ਇੱਕ ਚੰਗੀ ਕੰਪਨੀ ਵਿੱਚ ਨੌਕਰੀ ਮਿਲ ਗਈ। ਚੰਗੀ ਤਨਖਾਹ ਮਿਲਦੀ ਸੀ, ਜਿਸ ਨਾਲ ਸਾਡੇ ਘਰ ਦੇ ਖਰਚੇ ਪੂਰੇ ਹੋ ਜਾਂਦੇ ਸੀ। ਪਾਪਾ ਦਾ ਇਲਾਜ ਵੀ ਚੱਲ ਰਿਹਾ ਸੀ। ਮੈਂ 2 ਸਾਲ ਤੋਂ ਨੌਕਰੀ ਕਰ ਰਹੀ ਸੀ ਕਿ ਕਦੇ ਮੇਰੇ ਕੰਮ ਵਿੱਚ ਕੋਈ ਗਲਤੀ ਨਹੀਂ ਹੋਈ ਸੀ। ਮੇਰੇ ਸਰ ਮੇਰੇ ਕੰਮਾਂ ਤੋਂ ਬਹੁਤ ਖੁਸ਼ ਸੀ ਤੇ ਫਿਰ ਇੱਕ ਦਿਨ ਉਹਨਾਂ ਨੇ ਅਜਿਹੀ ਗੱਲ ਕੀਤੀ ਜਿਸ ਨਾਲ ਮੈਂ ਪੂਰੀ ਤਰ੍ਹਾਂ ਹੈਰਾਨ ਰਹਿ ਗਈ। ਮੇਰੇ ਬੌਸ ਨੇ ਮੈਨੂੰ ਵਿਆਹ ਦੀ ਆਫਰ ਕਰ ਦਿੱਤੀ ਤੇ ਨਾਲ ਹੀ ਇਹ ਵੀ ਕਿਹਾ ਕਿ ਮੈਂ ਤੇਰੇ ਪਾਪਾ ਦੀ ਅਤੇ ਤੇਰੇ ਪੂਰੇ ਪਰਿਵਾਰ ਦੀ ਜ਼ਿੰਮੇਵਾਰੀ ਉਠਾਉਣ ਦੇ ਲਈ ਤਿਆਰ ਹਾਂ। ਮੈਨੂੰ ਭਲਾ ਹੋਰ ਕੀ ਚਾਹੀਦਾ ਸੀ। ਮੈਂ ਸਾਰੀਆਂ ਗੱਲਾਂ ਸੁਣਨ ਤੇ ਫੌਰਨ ਹੀ ਵਿਆਹ ਦੇ ਲਈ ਹਾਂ ਕਰ ਦਿੱਤੀ। ਮੈਂ ਆਪਣੀ ਮਾਂ ਨਾਲ ਵੀ ਇਸ ਬਾਰੇ ਵਿੱਚ ਸਲਾਹ ਕੀਤੀ ਤੇ ਉਹਨਾਂ ਨੂੰ ਕਿਹਾ ਕਿ ਇਸ ਵਿਆਹ ਦੇ ਲਈ ਹਾਂ ਕਰ ਦਿਓ, ਕਿਉਂਕਿ ਜਿੰਨੀ ਮੇਰੀ ਤਨਖਾਹ ਸੀ ਇਸ ਨਾਲ ਸਾਡੇ ਘਰ ਦੇ ਖਰਚੇ ਪੂਰੇ ਨਹੀਂ ਹੋ ਸਕਦੇ ਸੀ। ਵੈਸੇ ਵੀ ਦੂਜੀ ਕੋਈ ਹੋਰ ਨੌਕਰੀ ਵੀ ਨਹੀਂ ਕਰ ਸਕਦੀ ਸੀ। ਇੱਕ ਸਾਥ 2 ਨੌਕਰੀਆਂ ਕਰਨਾ ਕੋਈ ਆਸਾਨ ਗੱਲ ਨਹੀਂ ਸੀ। ਮੇਰੇ ਬੌਸ ਨੇ ਮੈਨੂੰ ਤਾਂ ਇਹ ਕਿਹਾ ਸੀ ਕਿ ਮੇਰੇ ਪਾਪਾ ਦਾ ਚੰਗੇ ਹਸਪਤਾਲ ਵਿੱਚ ਇਲਾਜ ਕਰਵਾਊਂਗਾ ਅਤੇ ਸਾਡੇ ਘਰ ਦਾ ਸਾਰਾ ਖਰਚਾ ਉਠਾਊਂਗਾ। ਇਸ ਵਿੱਚ ਮੈਨੂੰ ਹੋਰ ਕੀ ਚਾਹੀਦਾ ਸੀ। ਮੈਂ ਵਿਆਹ ਦੇ ਲਈ ਹਾਂ ਕਰ ਦਿੱਤੀ ਤੇ ਬਹੁਤ ਹੀ ਜਲਦੀ ਵਿਆਹ ਕਰਕੇ ਮੇਰੇ ਬੌਸ ਮੈਨੂੰ ਆਪਣੇ ਘਰ ਲੈ ਗਏ। ਮੈਂ ਇਹੀ ਸੋਚਿਆ ਸੀ ਕਿ ਮੈਂ ਉਹਨਾਂ ਦੇ ਆਫਿਸ ਵਿੱਚ ਵੈਸੇ ਹੀ ਕੰਮ ਕਰਦੀ ਰਹੂੰਗੀ ਤਾਂ ਕਿ ਉਹਨਾਂ ਨੂੰ ਇਹ ਨਾ ਲੱਗੇ ਕਿ ਸ਼ਾਇਦ ਮੈਂ ਉਹਨਾਂ ਦੇ ਪੈਸੇ ਦੀ ਖਾਤਰ ਉਹਨਾਂ ਦੇ ਬੇਟੇ ਨਾਲ ਵਿਆਹ ਕੀਤਾ। ਮੈਂ ਆਪਣੀ ਪੂਰੀ ਮਿਹਨਤ ਕਰੂੰਗੀ ਤੇ ਕੋਸ਼ਿਸ਼ ਕਰੂੰਗੀ ਕਿ ਆਪਣੀ ਮੰਮੀ, ਪਾਪਾ ਤੇ ਭਰਾ ਦਾ ਖਰਚਾ ਖੁਦ ਉਠਾ ਸਕਾਂ। ਉਹ ਮੈਨੂੰ ਆਪਣੇ ਘਰ ਲੈ ਆਏ। ਉਹਨਾਂ ਦਾ ਬਹੁਤ ਵੱਡਾ ਘਰ ਸੀ। ਮੈਂ ਤਾਂ ਉਸ ਨੂੰ ਦੇਖ ਕੇ ਹੈਰਾਨ ਰਹਿ ਗਈ। ਮੈਂ ਕਦੇ ਨਹੀਂ ਸੋਚਿਆ ਸੀ ਕਿ ਇੰਨੇ ਵੱਡੇ ਘਰ ਵਿੱਚ ਮੇਰਾ ਵਿਆਹ ਹੋ ਸਕਦਾ। ਕੁਝ ਤਾਂ ਮੈਂ ਆਪਣੇ ਹਾਲਾਤਾਂ ਤੋਂ ਤੰਗ ਆ ਕੇ ਵਿਆਹ ਕੀਤਾ ਸੀ ਤੇ ਕੁਝ ਮੈਂ ਪਾਪਾ ਦੇ ਦੋਸਤ ਨੂੰ ਇਹ ਦਿਖਾ ਦੇਣਾ ਚਾਹੁੰਦੀ ਸੀ ਕਿ ਜੇ ਉਹਨਾਂ ਨੇ ਆਪਣੇ ਬੇਟੇ ਦੇ ਲਈ ਮੇਰਾ ਰਿਸ਼ਤਾ ਤੋੜ ਦਿੱਤਾ ਤਾਂ ਮੈਂ ਵੀ ਉਹਨਾਂ ਦੇ ਬੇਟੇ ਤੋਂ ਚੰਗੇ ਇਨਸਾਨ ਨਾਲ ਵਿਆਹ ਕੀਤਾ। ਵਿਆਹ ਉੱਤੇ ਪਾਪਾ ਨੇ ਆਪਣੇ ਦੋਸਤ ਨੂੰ ਬੁਲਾਵਾ ਭੇਜਿਆ, ਜਦ ਕਿ ਵਿਆਹ ਦੇ ਸਮੇਂ ਮਹਿੰਗੇ ਤੋਹਫੇ ਤੇ ਮੇਰਾ ਇੰਨਾ ਅਮੀਰ ਸਹੁਰਾ ਘਰ ਦੇਖ ਕੇ ਉਹ ਲੋਕ ਚੌਂਕ ਗਏ। ਉਸ ਸਮੇਂ ਉਹਨਾਂ ਦੇ ਚਿਹਰੇ ਉੱਤੇ ਜੋ ਮੈਨੂੰ ਜਲਣ ਦੇ ਰੰਗ ਦੇਖੇ, ਮੈਨੂੰ ਬਹੁਤ ਸਕੂਨ ਮਿਲਿਆ। ਉਹਨਾਂ ਨੇ ਮੁਸ਼ਕਲ ਹਾਲਾਤਾਂ ਵਿੱਚ ਮੇਰਾ ਸਾਥ ਛੱਡ ਦਿੱਤਾ ਸੀ। ਅੱਜ ਉਹਨਾਂ ਤੋਂ ਚੰਗੇ ਘਰਾਣੇ ਵਿੱਚ ਮੇਰਾ ਵਿਆਹ ਹੋ ਗਿਆ ਸੀ। ਪਾਪਾ ਦੇ ਦੋਸਤ ਅਤੇ ਉਹਨਾਂ ਦੀ ਫੈਮਿਲੀ ਤਾਂ ਦੇਖਦੇ ਰਹਿ ਗਏ। ਉਹਨਾਂ ਨੂੰ ਵਿਸ਼ਵਾਸ ਨਹੀਂ ਹੋ ਰਿਹਾ ਸੀ ਕਿ ਮੇਰਾ ਕਦੇ ਇੰਨੇ ਵੱਡੇ ਅਤੇ ਚੰਗੇ ਘਰ ਵਿੱਚ ਰਿਸ਼ਤਾ ਹੋ ਸਕਦਾ। ਜਿਸ ਸਮੇਂ ਉਹਨਾਂ ਨੇ ਮੇਰਾ ਰਿਸ਼ਤਾ ਠੁਕਰਾਇਆ ਸੀ, ਉਦੋਂ ਉਹਨਾਂ ਨੂੰ ਇਹ ਗੱਲ ਪਤਾ ਚੱਲੀ ਸੀ ਕਿ ਮੈਂ ਨੌਕਰੀ ਕਰਨ ਲੱਗੀ ਹਾਂ ਤੇ ਉਸ ਸਮੇਂ ਵੀ ਉਹ ਪਛਤਾਉਣ ਲੱਗੇ
ਕਿ ਉਹ ਮੈਨੂੰ ਬਹੂ ਬਣਾ ਲੈਂਦੇ ਤਾਂ ਅੱਜ ਉਹਨਾਂ ਦੇ ਘਰ ਦੇ ਹਾਲਾਤ ਬਦਲ ਜਾਂਦੇ। ਮੈਂ ਉਹਨਾਂ ਨੂੰ ਕਮਾ ਕੇ ਦਿੰਦੀ। ਇਸ ਤੋਂ ਹੋਰ ਚੰਗਾ ਉਹਨਾਂ ਨੂੰ ਕੀ ਚਾਹੀਦਾ ਸੀ। ਲੇਕਿਨ ਉਹਨਾਂ ਨੇ ਆਪਣੇ ਪੈਰਾਂ ਉੱਤੇ ਖੁਦ ਕੁਹਾੜੀ ਮਾਰੀ ਸੀ। ਜਿਸ ਜਗ੍ਹਾ ਉਹਨਾਂ ਨੇ ਆਪਣੇ ਬੇਟੇ ਦਾ ਰਿਸ਼ਤਾ ਤੈਅ ਕੀਤਾ ਸੀ, ਉਹ ਲੋਕ ਥੋੜ੍ਹੇ ਜਿਹੇ ਅਮੀਰ ਸੀ, ਲੇਕਿਨ ਉਹਨਾਂ ਵਿੱਚ ਗਰੂਰ ਸੀ। ਵਿਆਹ ਦੇ 2 ਮਹੀਨੇ ਵਿੱਚ ਹੀ ਉਹਨਾਂ ਨੇ ਉਹਨਾਂ ਲੋਕਾਂ ਨੂੰ ਦਿਨ ਵਿੱਚ ਤਾਰੇ ਦਿਖਾ ਦਿੱਤੇ, ਉਹਨਾਂ ਨੂੰ ਆਪਣੀ ਔਕਾਤ ਯਾਦ ਦਿਵਾ ਦਿੱਤੀ। ਉਹਨਾਂ ਦੀ ਬਹੂ ਦੇ ਸੁਣਨ ਵਿੱਚ ਆਉਂਦਾ ਸੀ ਕਿ ਆਏ ਦਿਨ ਉਹ ਆਪਣੀ ਸੱਸ ਨਾਲ ਲੜਦੀ ਰਹਿੰਦੀ ਆ। ਤੇ ਫਿਰ ਮੇਰੇ ਵਿਆਹ ਤੋਂ 2 ਦਿਨ ਪਹਿਲਾਂ ਹੀ ਮੈਨੂੰ ਇਹ ਖਬਰ ਮਿਲੀ ਸੀ ਕਿ ਉਹ ਆਪਣੇ ਪਤੀ ਨੂੰ ਲੈ ਕੇ ਅਲੱਗ ਘਰ ਵਿੱਚ ਰਹਿਣ ਲੱਗੀ ਆ, ਜਦਕਿ ਪਾਪਾ ਦੇ ਦੋਸਤ ਉਹਨਾਂ ਦੀ ਫੈਮਿਲੀ ਤੋਂ ਪੈਸੇ ਦੇ ਲਾਲਚ ਵਿੱਚ ਬੇਟੇ ਤੋਂ ਵੀ ਹੱਥ ਧੋ ਬੈਠੇ ਹਨ। ਮੇਰੇ ਵਿਆਹ ਨੂੰ ਕੁਝ ਦਿਨ ਗੁਜ਼ਰ ਗਏ ਸੀ। ਮੇਰਾ ਪਤੀ ਮੇਰਾ ਬਹੁਤ ਧਿਆਨ ਰੱਖਦਾ ਸੀ। ਮੇਰੇ ਨਾਲ ਮੇਰੇ ਘਰ ਵਾਲਿਆਂ ਦੀ ਵੀ ਕਾਫੀ ਚਿੰਤਾ ਕਰਦਾ ਸੀ। ਮੈਂ ਇਸ ਗੱਲ 'ਤੇ ਬਹੁਤ ਸਕੂਨ ਵਿੱਚ ਸੀ ਕਿ ਸਾਨੂੰ ਕਿਸੇ ਦਾ ਸਹਾਰਾ ਮਿਲ ਗਿਆ ਸੀ। ਮੇਰੇ ਪਾਪਾ ਦਾ ਚੰਗੇ ਹਸਪਤਾਲ ਵਿੱਚ ਇਲਾਜ ਚੱਲਣ ਲੱਗਾ, ਜਿਸ ਨਾਲ ਉਮੀਦ ਦੀ ਕਿਰਨ ਨਜ਼ਰ ਆਉਣ ਲੱਗੀ। ਮੇਰੇ ਪਾਪਾ ਦੀਆਂ ਲੱਤਾਂ ਜਲਦੀ ਹੀ ਠੀਕ ਹੋ ਜਾਣਗੀਆਂ ਤੇ ਜਲਦੀ ਹੀ ਉਹ ਆਪਣੇ ਪੈਰਾਂ 'ਤੇ ਦੁਬਾਰਾ ਖੜੇ ਹੋ ਜਾਣਗੇ। ਮੈਂ ਸੋਚ ਲਿਆ ਸੀ ਕਿ ਜਿਵੇਂ ਹੀ ਮੇਰੇ ਪਾਪਾ ਦੀਆਂ ਲੱਤਾਂ ਠੀਕ ਹੋ ਜਾਣਗੀਆਂ, ਮੈਂ ਆਪਣੇ ਪਤੀ ਸੰਜੇ ਨੂੰ ਕਹਿ ਦੇਵਾਂਗੀ ਕਿ ਤੁਸੀਂ ਮੇਰੀ ਮਾਂ-ਬਾਪ ਦੇ ਘਰ ਦਾ ਖਰਚਾ ਉਠਾਉਣ ਦੀ ਕੋਈ ਜ਼ਰੂਰਤ ਨਹੀਂ। ਹੁਣ ਮੇਰੇ ਪਾਪਾ ਖੁਦ ਹੀ ਆਪਣਾ ਖਰਚ ਉਠਾ ਸਕਦੇ ਆ। ਤੁਸੀਂ ਸਾਡੇ ਲਈ ਜੋ ਕੀਤਾ ਉਹੀ ਬਹੁਤ ਆ। ਮੇਰੇ ਪਾਪਾ ਬਹੁਤ ਖੁਦਦਾਰ ਆਦਮੀ ਸੀ। ਅੱਜ ਤੱਕ ਕਦੇ ਉਹਨਾਂ ਨੇ ਕਿਸੇ ਤੋਂ ਮਦਦ ਨਹੀਂ ਲਈ ਸੀ। ਉਹ ਬਹੁਤ ਹੀ ਮਿਹਨਤ ਨਾਲ ਆਪਣਾ ਘਰ ਦਾ ਖਰਚ ਚਲਾਇਆ ਕਰਦੇ ਸੀ। ਮੈਂ ਪਾਪਾ ਨਾਲ ਵਾਅਦਾ ਕੀਤਾ ਸੀ ਕਿ ਪਾਪਾ, ਜਿਵੇਂ ਤੁਸੀਂ ਠੀਕ ਹੋ ਜਾਓਗੇ, ਤੁਸੀਂ ਆਪਣਾ ਖਰਚਾ ਖੁਦ ਉਠਾਉਣਾ। ਫਿਰ ਮੇਰੇ ਪਤੀ ਤੋਂ ਖਰਚਾ ਲੈਣ ਦੀ ਕੋਈ ਜ਼ਰੂਰਤ ਨਹੀਂ। ਪਾਪਾ ਇਸ ਸ਼ਰਤ 'ਤੇ ਹੀ ਮੰਨੇ ਸੀ ਕਿ ਬਾਅਦ ਵਿੱਚ ਮੈਂ ਤੁਹਾਡੀ ਇੱਕ ਪਾਈ ਚੁਕਾ ਦੇਵਾਂਗਾ। ਮੈਂ ਵੀ ਪਾਪਾ ਨੂੰ ਤਸੱਲੀ ਦਿੱਤੀ ਕਿ ਜਿਵੇਂ ਠੀਕ ਲੱਗੇ ਉਵੇਂ ਕਰਨਾ, ਲੇਕਿਨ ਹਾਲੇ ਫਿਲਹਾਲ ਉਹਨਾਂ ਨੂੰ ਮਦਦ ਲੈਣੀ ਹੀ ਪਵੇਗੀ। ਮੇਰੇ ਪਤੀ ਨੇ ਅੱਜ ਤੱਕ ਮੇਰੇ ਉੱਤੇ ਕਦੇ ਅਹਿਸਾਨ ਨਹੀਂ ਜਤਾਇਆ ਸੀ ਕਿ ਮੈਂ ਤੇਰੇ ਘਰ ਦਾ ਖਰਚ ਉਠਾ ਰਿਹਾ। ਮੈਂ ਆਪਣੇ ਪਤੀ ਵਰਗਾ ਚੰਗਾ ਇਨਸਾਨ ਦੁਨੀਆ ਵਿੱਚ ਨਹੀਂ ਦੇਖਿਆ ਸੀ। ਤੇ ਸਕੇ ਖੂਨ ਦੇ ਰਿਸ਼ਤੇ ਬਦਲ ਜਾਂਦੇ ਆ ਤੇ ਮੁਸ਼ਕਲ ਸਮੇਂ ਵਿੱਚ ਸਾਥ ਛੱਡ ਦਿੰਦੇ ਆ, ਜਦਕਿ ਮੇਰਾ ਪਤੀ ਬਹੁਤ ਹੀ ਚੰਗਾ ਸੀ। ਉਹ ਮੇਰੇ ਪਾਪਾ ਦੀ ਪੂਰੀ ਜ਼ਿੰਮੇਵਾਰੀ ਉਠਾਇਆ ਹੋਇਆ ਸੀ। ਇਸ ਤਰ੍ਹਾਂ ਹੀ ਮੈਨੂੰ ਮੇਰਾ ਪਤੀ ਕਿਸੇ ਫਰਿਸ਼ਤੇ ਤੋਂ ਘੱਟ ਨਹੀਂ ਲੱਗਦਾ ਸੀ। ਮੈਂ ਵੀ ਆਪਣੇ ਪਤੀ ਨੂੰ ਫਰਿਸ਼ਤਾ ਸਮਝਣ ਲੱਗੀ ਤੇ ਦਿਲ ਵਿੱਚ ਆਪਣੇ ਪਤੀ ਦਾ ਬਹੁਤ ਸਨਮਾਨ ਕਰਦੀ। ਮੈਨੂੰ ਅਜਿਹਾ ਲੱਗਣ ਲੱਗਾ ਜ਼ਿੰਦਗੀ ਵਿੱਚ ਸਾਰੇ ਦੁੱਖ ਖਤਮ ਹੋ ਗਏ। ਮੈਂ ਪਹਿਲਾਂ ਦੀ ਤਰ੍ਹਾਂ ਬਹੁਤ ਹੀ ਸਕੂਨ ਨਾਲ ਖੁਸ਼ੀ-ਖੁਸ਼ੀ ਜ਼ਿੰਦਗੀ ਗੁਜ਼ਾਰਨ ਲੱਗੀ ਸੀ। ਵਿਆਹ ਦੇ ਕੁਝ ਦਿਨ ਬਾਅਦ ਹੀ ਮੇਰੀ ਸੱਸ ਨੇ ਮੈਨੂੰ ਇਹ ਕਹਿਣਾ ਸ਼ੁਰੂ ਕਰ ਦਿੱਤਾ ਕਿ ਬੇਟੀ ਇੱਥੋਂ ਭੱਜ ਜਾ। ਇਸ ਤਰ੍ਹਾਂ ਕਹਿਣ 'ਤੇ ਮੈਂ ਕਾਫੀ ਪਰੇਸ਼ਾਨ ਹੁੰਦੀ। ਉਹ ਜ਼ਿਆਦਾ ਸਮਾਂ ਆਪਣੇ ਕਮਰੇ ਵਿੱਚ ਹੀ ਗੁਜ਼ਾਰਦੀ ਸੀ, ਬਹੁਤ ਘੱਟ ਆਪਣੇ ਕਮਰੇ ਤੋਂ ਬਾਹਰ ਨਿਕਲ ਕੇ ਘਰ ਵਿੱਚ ਦਿਖਾਈ ਦਿੰਦੀ ਸੀ। ਮੈਂ ਜਦੋਂ ਵੀ ਉਹਨਾਂ ਦੇ ਸਾਹਮਣੇ ਜਾਂਦੀ ਤਾਂ ਉਹ ਮੈਨੂੰ ਇਹੀ ਗੱਲ ਕਰਦੀ ਕਿ ਬੇਟੀ ਇੱਥੋਂ ਭੱਜ ਜਾ। ਉਹਨਾਂ ਦੀਆਂ ਇਹ ਗੱਲਾਂ ਮੈਨੂੰ ਪਰੇਸ਼ਾਨ ਕਰਦੀਆਂ। ਉੱਥੇ ਹੀ ਮੈਨੂੰ ਡਰ ਵੀ ਲੱਗਿਆ ਕਰਦਾ ਕਿ ਭਲਾ ਮੇਰੀ ਸੱਸ ਮੈਨੂੰ ਇਸ ਤਰ੍ਹਾਂ ਦੀਆਂ ਗੱਲਾਂ ਕਿਉਂ ਕਰਦੀ ਆ। ਜਦੋਂ ਮੈਂ ਉਸ ਤੋਂ ਪੁੱਛਣਾ ਕਿ ਅਜਿਹਾ ਕਿਉਂ ਕਹਿੰਦੇ ਆ, ਭਲਾ ਮੈਨੂੰ ਇਸ ਘਰ ਵਿੱਚ ਕੀ ਡਰ ਆ, ਤਾਂ ਉਹ ਜਲਦੀ ਨਾਲ ਆਪਣੇ ਕਮਰੇ 'ਚ ਚਲੀ ਜਾਂਦੀ ਅਤੇ ਮੈਨੂੰ ਕਹਿੰਦੀ, ਜੋ ਮੈਂ ਕਿਹਾ ਉਹੀ ਕਰ, ਉਸ ਵਿੱਚ ਤੇਰੀ ਹੀ ਭਲਾਈ ਆ, ਨਹੀਂ ਤਾਂ ਤੈਨੂੰ ਬਹੁਤ ਵੱਡਾ ਨੁਕਸਾਨ ਉਠਾਉਣਾ ਪਵੇਗਾ। ਹੋ ਸਕਦਾ ਤੂੰ ਆਪਣੀ ਜਾਨ ਤੋਂ ਵੀ ਹੱਥ ਧੋ ਬੈਠੇ। ਲੇਕਿਨ ਅਜਿਹਾ ਤਾਂ ਕੁਝ ਵੀ ਨਹੀਂ ਸੀ। ਸੰਜੇ ਤਾਂ ਮੇਰਾ ਬਹੁਤ ਧਿਆਨ ਰੱਖਦਾ ਸੀ। ਉਸ ਦਾ ਵਿਵਹਾਰ ਮੇਰੇ ਪ੍ਰਤੀ ਬਹੁਤ ਹੀ ਚੰਗਾ ਸੀ। ਮੈਂ ਹੁਣ ਆਪਣੇ ਕੰਨ ਖੁੱਲ੍ਹੇ ਰੱਖਦੀ ਤੇ ਕਿਤੇ ਵੀ ਅਜਿਹਾ ਕੋਈ ਸੁਰਾਗ ਮਿਲੇ ਜੋ ਮੈਂ ਇਸ ਗੱਲ ਦੀ ਸੱਚਾਈ ਦਾ ਪਤਾ ਲਗਾ ਸਕਾਂ ਕਿ ਆਖਰ ਮੇਰੀ ਸੱਸ ਅਜਿਹਾ ਕਿਉਂ ਕਹਿੰਦੀ ਆ। ਮੇਰਾ ਧਿਆਨ ਦਿੱਤਾ ਘਰ ਦੀ ਨੌਕਰਾਣੀ ਆਪਣੇ ਕੰਮਾਂ ਵਿੱਚ ਵਿਅਸਤ ਰਹਿੰਦੇ ਸੀ। ਉਹ ਕਦੇ ਮੇਰੇ ਨਾਲ ਗੱਲ ਨਹੀਂ ਕਰਦੇ ਸੀ। ਸਭ ਆਪਣੇ ਆਪਣੇ ਕੰਮ ਵਿੱਚ ਲੱਗੇ ਰਹਿੰਦੇ ਸੀ। ਮੈਂ ਜਦੋਂ ਵੀ ਘਰ ਵਿੱਚ ਨੌਕਰਾਂ ਨਾਲ ਗੱਲ ਕਰਨ ਲਈ ਜਾਂਦੀ ਤਾਂ ਉਹਨਾਂ ਤੋਂ ਕੁਝ ਪੁੱਛਣ ਦੀ ਕੋਸ਼ਿਸ਼ ਕਰਦੀ ਤਾਂ ਉਹ ਮੇਰੀ ਕਿਸੇ ਗੱਲ ਦਾ ਜਵਾਬ ਨਹੀਂ ਦਿੰਦੇ। ਕੰਮ ਤੋਂ ਇਲਾਵਾ ਤੁਸੀਂ ਸਾਡੇ ਨਾਲ ਕੋਈ ਗੱਲ ਨਹੀਂ ਕਰ ਸਕਦੇ। ਮੈਂ ਘਰ ਦੇ ਬਾਰੇ ਵਿੱਚ ਜਾਂ ਫਿਰ ਆਪਣੀ ਸੱਸ ਦੇ ਬਾਰੇ ਵਿੱਚ ਕੁਝ ਪੁੱਛਦੀ ਤਾਂ ਇਹੀ ਕਹਿੰਦੇ ਕਿ ਅਸੀਂ ਇਸ ਬਾਰੇ ਵਿੱਚ ਕੁਝ ਨਹੀਂ ਜਾਣਦੇ, ਅਸੀਂ ਤਾਂ ਇੱਥੇ ਨਵੇਂ ਆਏ ਹਾਂ। ਇਹ ਸਾਰੀਆਂ ਗੱਲਾਂ ਵਿੱਚ ਇੱਕ ਹੋਰ ਗੱਲ ਜੋ ਹੈਰਾਨ ਕਰਨ ਵਾਲੀ ਸੀ, ਉਹ ਇਹ ਸੀ ਕਿ ਮੇਰਾ ਪਤੀ ਜੋ ਮੈਨੂੰ ਬਹੁਤ ਮੁਹੱਬਤ ਕਰਦਾ ਸੀ, ਉਹ ਇੰਨਾ ਹਮਦਰਦ ਇਨਸਾਨ ਸੀ ਕਿ ਮੇਰੇ ਘਰ ਵਾਲਿਆਂ ਦੀ ਚਿੰਤਾ ਵੀ ਉਸ ਨੂੰ ਸੀ, ਲੇਕਿਨ ਆਪਣੀ ਮਾਂ ਤੋਂ ਦੂਰ ਸੀ। ਉਹ ਕਦੇ ਵੀ ਆਫਿਸ ਤੋਂ ਆ ਕੇ ਆਪਣੀ ਮਾਂ ਨਾਲ ਮਿਲਣ ਉਸਦੇ ਕਮਰੇ ਵਿੱਚ ਨਹੀਂ ਜਾਂਦਾ ਸੀ ਤੇ ਨਾ ਹੀ ਕਦੇ ਉਸਨੇ ਆਪਣੀ ਮਾਂ ਦਾ ਜ਼ਿਕਰ ਮੇਰੇ ਸਾਹਮਣੇ ਕੀਤਾ ਸੀ। ਅਜਿਹਾ ਲੱਗਦਾ ਸੀ ਜਿਵੇਂ ਉਹ ਜਾਣਦਾ ਹੀ ਨਹੀਂ ਕਿ ਇਸ ਘਰ ਵਿੱਚ ਉਸਦੀ ਮਾਂ ਵੀ ਮੌਜੂਦ ਆ। ਨਾ ਉਹ ਦੋਨੋਂ ਕਦੇ ਆਪਸ ਵਿੱਚ ਮਿਲ ਕੇ ਬੈਠੇ ਸੀ ਤੇ ਨਾ ਹੀ ਆਪਸ ਵਿੱਚ ਕੋਈ ਗੱਲ ਕਰਦੇ ਸੀ। ਇੱਥੋਂ ਤੱਕ ਕਿ ਮੇਰੀ ਸੱਸ ਖਾਣਾ ਵੀ ਆਪਣੇ ਕਮਰੇ ਵਿੱਚ ਹੀ ਖਾਂਦੀ ਸੀ। ਅਜਿਹਾ ਕਿਵੇਂ ਮੁਮਕਿਨ ਸੀ? ਇੱਕ ਘਰ ਵਿੱਚ ਸਿਰਫ 2 ਲੋਕ ਮੌਜੂਦ ਹਨ ਤੇ ਉਹਨਾਂ ਦੋਹਾਂ ਵਿੱਚ ਇੱਕ ਦੂਜੇ ਨਾਲ ਇੰਨੀ ਦੂਰੀ
ਇਹ ਗੱਲ ਕਾਫੀ ਹੈਰਾਨ ਕਰਨ ਵਾਲੀ ਸੀ। ਕੋਈ ਬੇਟਾ ਆਪਣੀ ਮਾਂ ਦੇ ਨਾਲ ਇੰਨੀ ਬੇਰੁਖੀ ਨਾਲ ਕਿਉਂ ਪੇਸ਼ ਆ ਸਕਦਾ, ਉਹ ਵੀ ਸੰਜੇ ਵਰਗਾ ਇਨਸਾਨ ਜਿਸ ਦੇ ਅੰਦਰ ਇਨਸਾਨੀਅਤ ਮੌਜੂਦ ਸੀ, ਜੋ ਮੇਰੇ ਮਾਤਾ ਪਿਤਾ ਦਾ ਇੰਨਾ ਧਿਆਨ ਰੱਖਦਾ ਸੀ ਤੇ ਉਸ ਨੂੰ ਦੂਜਿਆਂ ਦੀ ਤਕਲੀਫ ਦਾ ਕਿੰਨਾ ਅਹਿਸਾਸ ਸੀ। ਫਿਰ ਭਲਾ ਆਪਣੀ ਮਾਂ ਨੂੰ ਇਸ ਤਰ੍ਹਾਂ ਨਜ਼ਰਅੰਦਾਜ਼ ਕਿਵੇਂ ਕਰ ਸਕਦਾ ਸੀ। ਸਾਰੀ ਚੀਜ਼ ਦੇਖਣ ਤੋਂ ਬਾਅਦ ਵੀ ਮੈਂ ਆਪਣੇ ਪਤੀ ਨਾਲ ਕੋਈ ਗੱਲ ਨਹੀਂ ਕੀਤੀ। ਮੈਨੂੰ ਡਰ ਸੀ ਕਿ ਕਿਤੇ ਉਸ ਨੂੰ ਮੇਰੀ ਕੋਈ ਗੱਲ ਬੁਰੀ ਨਾ ਲੱਗ ਜਾਵੇ ਅਤੇ ਮੇਰੇ ਨਾਲ ਨਾਰਾਜ਼ ਨਾ ਹੋ ਜਾਣ, ਜਦ ਕਿ ਮੈਂ ਉਹਨਾਂ ਨੂੰ ਬਿਲਕੁਲ ਵੀ ਨਾਰਾਜ਼ ਨਹੀਂ ਕਰਨਾ ਚਾਹੁੰਦੀ ਸੀ। ਉਸ ਦੇ ਮੇਰੇ ਉੱਤੇ ਤੇ ਮੇਰੇ ਘਰ ਵਾਲਿਆਂ ਤੇ ਬਹੁਤ ਅਹਿਸਾਨ ਸੀ। ਇਸ ਵਿੱਚ ਮੈਂ ਕਿਸੇ ਵੀ ਮਾਮਲੇ ਵਿੱਚ ਦਖਲ ਅੰਦਾਜ਼ੀ ਨਹੀਂ ਕਰਦੀ ਸੀ ਤੇ ਆਪਣੇ ਕੰਮ ਨਾਲ ਕੰਮ ਰੱਖਦੀ ਸੀ। ਵੈਸੇ ਵੀ ਉਹਨਾਂ ਦਾ ਤੇ ਉਸ ਦੀ ਮਾਂ ਦਾ ਮਾਮਲਾ ਸੀ। ਮੈਂ ਇਹੀ ਸੋਚਿਆ ਕਿ ਮੈਂ ਹੌਲੀ-ਹੌਲੀ ਸਮਾਂ ਗੁਜ਼ਰਨ ਦੇ ਨਾਲ ਮੌਕਾ ਦੇਖ ਕੇ ਇਸ ਗੱਲ ਦੇ ਬਾਰੇ ਗੱਲ ਕਰੂੰਗੀ ਕਿ ਆਖਿਰ ਇਹਨਾਂ ਸਭ ਦੇ ਪਿੱਛੇ ਕੀ ਕਾਰਨ ਆ। ਲੇਕਿਨ ਦਿਨ ਬ ਦਿਨ ਮੇਰੀ ਸੱਸ ਮੈਨੂੰ ਕੁਝ ਨਵਾਂ ਕਹਿ ਦਿੰਦੀ, ਕੁਝ ਅਜਿਹਾ ਜਿਸ ਵਿੱਚ ਮੈਂ ਪਰੇਸ਼ਾਨ ਹੋ ਜਾਂਦੀ। ਉਹਨਾਂ ਦੀਆਂ ਗੱਲਾਂ ਦੇ ਨਾਲ-ਨਾਲ ਮੇਰੀ ਬਹੁਤ ਸਾਰੀਆਂ ਕੀਮਤੀ ਚੀਜ਼ਾਂ ਵੀ ਮੇਰੇ ਕਮਰੇ ਤੋਂ ਗਾਇਬ ਹੋਣ ਲੱਗੀਆਂ। ਹੁਣ ਤਾਂ ਮੈਨੂੰ ਅਜਿਹਾ ਲੱਗਣ ਲੱਗਿਆ ਸੀ ਸ਼ਾਇਦ ਇਸ ਘਰ ਵਿੱਚ ਸੱਚਮੁੱਚ ਇੱਕ ਅਣਹੋਣੀ ਘਟਨਾ ਹੁੰਦੀ ਆ। ਸ਼ਾਇਦ ਇਸ ਵਜ੍ਹਾ ਨਾਲ ਮੇਰੀ ਸੱਸ ਮੈਨੂੰ ਇਹ ਕਹਿੰਦੀ ਆ, ਤੂੰ ਇਸ ਘਰ ਤੋਂ ਭੱਜ ਜਾ। ਪਹਿਲਾਂ ਤਾਂ ਸਿਰਫ ਤੇ ਸਿਰਫ ਮੈਨੂੰ ਪਰੇਸ਼ਾਨੀ ਹੁੰਦੀ ਸੀ, ਲੇਕਿਨ ਹੁਣ ਮੈਨੂੰ ਡਰ ਲੱਗਣ ਲੱਗਾ ਸੀ। ਇਸ ਘਰ ਵਿੱਚ ਕੁਝ ਤਾਂ ਗੜਬੜ ਸੀ। ਮੇਰੇ ਦਿਮਾਗ ਵਿੱਚ ਇੱਕਦਮ ਖਿਆਲ ਆਇਆ ਕਿ ਇਸ ਘਰ ਵਿੱਚ ਕਿਸੇ ਭੂਤ ਦਾ ਸਾਇਆ ਤਾਂ ਨਹੀਂ, ਪਰ ਉਹ ਕਿਵੇਂ ਮੁਮਕਿਨ ਸੀ। ਮੇਰੀ ਚੀਜ਼ ਮੇਰੇ ਕਮਰੇ ਵਿੱਚੋਂ ਗਾਇਬ ਹੋ ਜਾਂਦੀ ਸੀ, ਜਦਕਿ ਮੇਰੇ ਕਮਰੇ ਦੀ ਸਫਾਈ ਤਾਂ ਮੈਂ ਖੁਦ ਆਪ ਕਰਦੀ ਸੀ ਤੇ ਕੋਈ ਨੌਕਰ ਮੇਰੇ ਕਮਰੇ ਵਿੱਚ ਮੇਰੀ ਬਿਨਾਂ ਇਜਾਜ਼ਤ ਦੇ ਨਹੀਂ ਜਾਂਦਾ ਸੀ। ਵੈਸੇ ਵੀ ਨੌਕਰਾਂ ਦੀ ਇੰਨੀ ਹਿੰਮਤ ਨਹੀਂ ਸੀ ਕਿ ਗੁੰਮ ਹੋ ਜਾਣ ਵਾਲੀ ਚੀਜ਼, ਕੋਈ ਆਮ ਚੀਜ਼, ਇੱਕ ਦੋ ਚੀਜ਼ਾਂ ਗੁੰਮ ਹੋਣ ਤੇ ਮੈਨੂੰ ਕੁਝ ਨਹੀਂ ਹੋਇਆ। ਲੇਕਿਨ ਹੁਣ ਇਹ ਸਿਲਸਿਲਾ ਨਹੀਂ ਰੁਕ ਰਿਹਾ ਸੀ। ਮੈਂ ਘਰ ਦੇ ਸਾਰੇ ਨੌਕਰਾਂ ਨੂੰ ਇਕੱਠਾ ਕਰਕੇ ਪੁੱਛਿਆ, ਪਰ ਮੈਨੂੰ ਇਸ ਗੱਲ ਵਿੱਚ ਕੁਝ ਹਾਸਲ ਨਹੀਂ ਹੋਇਆ। ਸਭ ਨੇ ਇਨਕਾਰ ਵਿੱਚ ਸਿਰ ਹਿਲਾਇਆ ਕਿ ਮੇਮ ਸਾਹਿਬ, ਅਸੀਂ ਤੁਹਾਡਾ ਕੋਈ ਚੀਜ਼ ਨਹੀਂ ਚੁੱਕੀ। ਮੇਰੀ ਸੱਸ ਮੇਰੇ ਪਤੀ ਦੇ ਆਫਿਸ ਜਾਣ ਤੋਂ ਬਾਅਦ ਫੌਰਨ ਕਮਰੇ ਤੋਂ ਬਾਹਰ ਨਿਕਲਦੀ ਤੇ ਮੈਨੂੰ ਇਹੀ ਕਹਿੰਦੀ ਕਿ ਜੇ ਆਪਣੀ ਖੈਰੀਅਤ ਚਾਹੁੰਦੀ ਆ ਤਾਂ ਤੂੰ ਇਸ ਘਰ ਵਿੱਚ ਜਿੰਨੀ ਜਲਦੀ ਹੋ ਸਕੇ ਚਲੀ ਜਾ, ਫਿਰ ਉਸ ਵਿੱਚ ਤੇਰੀ ਹੀ ਭਲਾਈ ਆ। ਉਹ ਇਹ ਵੀ ਕਹਿੰਦੀ ਕਿ ਇੱਥੇ ਰਹਿ ਕੇ ਤੂੰ ਆਪਣੇ ਆਪ ਨੂੰ ਬਰਬਾਦ ਕਰੇਂਗੀ। ਇਸ ਘਰ ਵਿੱਚ ਜਲਦ ਤੋਂ ਜਲਦ ਜਾਨ ਛੁਡਾ ਕੇ ਭੱਜ ਜਾ। ਕੁਝ ਦਿਨਾਂ ਤੋਂ ਮੈਂ ਇਹ ਸਭ ਬਰਦਾਸ਼ਤ ਕਰ ਰਹੀ ਸੀ, ਲੇਕਿਨ ਜਦਕਿ ਇਹ ਸਾਰੀਆਂ ਚੀਜ਼ਾਂ ਮੈਨੂੰ ਜ਼ਿਆਦਾ ਹੀ ਪਰੇਸ਼ਾਨ ਕਰਨ ਲੱਗੀਆਂ। ਇਸ ਮੁਸ਼ਕਲ ਦਾ ਕੋਈ ਹੱਲ ਕੱਢਣਾ ਜ਼ਰੂਰੀ ਹੋ ਗਿਆ ਸੀ। ਮੈਂ ਆਪਣੀ ਪਰੇਸ਼ਾਨੀ ਖਤਮ ਕਰਨਾ ਚਾਹੁੰਦੀ ਸੀ ਤੇ ਇਹ ਇੱਕ ਹੀ ਤਰੀਕੇ ਨਾਲ ਹੋ ਸਕਦੀ ਸੀ ਕਿ ਮੈਂ ਆਪਣੇ ਪਤੀ ਨਾਲ ਗੱਲ ਕਰਾਂ ਤੇ ਇਸ ਗੱਲ ਦੀ ਤਹਿ ਤੱਕ ਜਾਵਾਂ। ਜਦਕਿ ਮੇਰੀ ਸੱਸ ਦੇ ਪੁੱਛਣ ਤੇ ਮੈਨੂੰ ਕੁਝ ਨਹੀਂ ਦੱਸਦੀ ਸੀ। ਮੈਂ ਆਪਣੇ ਪਤੀ ਨਾਲ ਗੱਲ ਕਰਨ ਦਾ ਫੈਸਲਾ ਕਰ ਲਿਆ ਤੇ ਉਸ ਦੇ ਆਉਣ ਦਾ ਇੰਤਜ਼ਾਰ ਕਰਨ ਲੱਗੀ। ਸੰਜੇ ਦੇ ਆਉਣ ਤੇ ਹੀ ਮੈਂ ਮੌਕਾ ਦੇਖ ਕੇ ਇਹ ਗੱਲ ਸੰਜੇ ਨਾਲ ਕੀਤੀ, ਸਾਰੀ ਗੱਲ ਉਸ ਨੂੰ ਦੱਸੀ। ਕਿਸ ਤਰ੍ਹਾਂ ਮੇਰੀ ਮਾਂ ਕੁਝ ਦਿਨਾਂ ਤੋਂ ਮੈਨੂੰ ਪਰੇਸ਼ਾਨ ਕਰ ਰਹੀ ਆ। ਆਖਿਰ ਇਹ ਸਭ ਗੱਲਾਂ ਦੇ ਪਿੱਛੇ ਕੀ ਕਾਰਨ ਆ, ਮੈਂ ਜਾਣਨਾ ਚਾਹੁੰਦੀ ਆ ਕਿ ਜੇ ਕੋਈ ਵਜ੍ਹਾ ਸੀ ਤਾਂ ਉਹ ਮੈਨੂੰ ਸਾਫ਼-ਸਾਫ਼ ਦੱਸ ਦਿੰਦੇ। ਲੇਕਿਨ ਸੰਜੇ ਦਾ ਕਹਿਣਾ ਸੀ ਕਿ ਅਜਿਹਾ ਕੁਝ ਨਹੀਂ ਆ। ਇਸ ਸਮੇਂ ਮੈਂ ਬਹੁਤ ਥੱਕਿਆ ਹੋਇਆ, ਇਸ ਲਈ ਹੁਣ ਇਸ ਬਾਰੇ ਵਿੱਚ ਕੋਈ ਹੋਰ ਗੱਲ ਨਹੀਂ ਕਰੀ। ਇਹ ਕਹਿ ਕੇ ਸੰਜੇ ਸੌਣ ਦੇ ਲਈ ਲੇਟ ਗਿਆ। ਸੁਬਾਹ ਜਦੋਂ ਮੈਂ ਉੱਠੀ ਤਾਂ ਮੇਰੀ ਸੱਸ ਪੂਰੇ ਘਰ ਵਿੱਚ ਕਿਤੇ ਵੀ ਮੌਜੂਦ ਨਹੀਂ ਸੀ। ਮੈਨੂੰ ਲੱਗਿਆ ਆਪਣੇ ਕਮਰੇ ਵਿੱਚ ਹੋਵੇਗੀ। ਸੰਜੇ ਦੇ ਜਾਂਦੇ ਹੀ ਉਹ ਬਾਹਰ ਆ ਜਾਏਗੀ, ਲੇਕਿਨ ਸੰਜੇ ਦੇ ਜਾਣ ਤੋਂ ਬਾਅਦ ਵੀ ਮੇਰੀ ਸੱਸ ਕਮਰੇ ਤੋਂ ਬਾਹਰ ਨਹੀਂ ਨਿਕਲੀ। ਤਾਂ ਮੈਂ ਉਸਦੇ ਕਮਰੇ ਵਿੱਚ ਝਾਕ ਕੇ ਦੇਖਿਆ। ਮੈਂ ਨੌਕਰਾਂ ਤੋਂ ਪੁੱਛਿਆ, ਉਹਨਾਂ ਨੇ ਵੀ ਇਹ ਕਹਿ ਦਿੱਤਾ ਕਿ ਵੱਡੀ ਮੇਮ ਸਾਹਿਬ ਤਾਂ ਘਰ ਵਿੱਚ ਹੀ ਨਹੀਂ ਆ। ਮੈਂ ਬਹੁਤ ਹੈਰਾਨ ਸੀ। ਸ਼ਾਮ ਨੂੰ ਜਦੋਂ ਸੰਜੇ ਆਫਿਸ ਤੋਂ ਘਰ ਲੌਟੇ ਤਾਂ ਮੈਂ ਉਹਨਾਂ ਨੂੰ ਪੁੱਛਿਆ ਕਿ ਆਖਰ ਆਪਣੀ ਮੰਮੀ ਕਿੱਥੇ ਚਲੀ ਗਈ ਆ। ਉਹਨਾਂ ਨੇ ਕਿਹਾ ਕਿ ਉਹ ਆਪਣੇ ਰਿਸ਼ਤੇਦਾਰਾਂ ਦੇ ਘਰ ਚਲੀ ਆ, ਕੁਝ ਦਿਨ ਉੱਥੇ ਹੀ ਰਹੇਗੀ। ਮੈਂ ਇਸ ਗੱਲ ਤੇ ਹੈਰਾਨ ਸੀ ਕਿ ਉਹ ਇਸ ਤਰ੍ਹਾਂ ਅਚਾਨਕ ਕਿਵੇਂ ਆਪਣੇ ਕਿਸੇ ਰਿਸ਼ਤੇਦਾਰ ਦੇ ਘਰ ਚਲੀ ਗਈ। ਅੱਜ ਤੋਂ ਪਹਿਲਾਂ ਤਾਂ ਉਹ ਕਦੇ ਨਹੀਂ ਜਾਂਦੀ ਸੀ। ਮੈਨੂੰ ਕੁਝ ਠੀਕ ਨਹੀਂ ਲੱਗ ਰਿਹਾ ਸੀ। ਮੈਨੂੰ ਮਹਿਸੂਸ ਹੋ ਰਿਹਾ ਸੀ ਜਿਵੇਂ ਮੇਰੇ ਨਾਲ ਕੁਝ ਗਲਤ ਹੋਣ ਵਾਲਾ, ਜੋ ਮੈਨੂੰ ਨਹੀਂ ਪਤਾ ਸੀ। ਮੈਨੂੰ ਦਾਲ ਵਿੱਚ ਕੁਝ ਕਾਲਾ ਲੱਗਣ ਲੱਗਿਆ। ਹੁਣ ਮੈਂ ਆਪਣੇ ਪਤੀ ਦੇ ਆਉਣ ਦਾ ਇੰਤਜ਼ਾਰ ਕਰਨ ਲੱਗੀ। ਅਗਲੇ ਦਿਨ ਪਤੀ ਦੇ ਜਾਂਦੇ ਹੀ ਆਪਣੇ ਨਾਲ ਦੇ ਕਮਰੇ ਵਿੱਚ ਚਲੀ ਗਈ। ਜਾ ਕੇ ਉਸ ਕਮਰੇ ਦੀ ਤਲਾਸ਼ੀ ਲਈ, ਲੇਕਿਨ ਜਿਵੇਂ ਹੀ ਬੈੱਡ ਦੇ ਦਰਾਜ਼ ਖੋਲ੍ਹੀ ਤਾਂ ਮੇਰੀ ਜਾਨ ਨਿਕਲ ਗਈ। ਉਸ ਵਿੱਚੋਂ ਮੇਰਾ ਉਹੀ ਹੀਰਿਆਂ ਵਾਲਾ ਸੈੱਟ ਨਿਕਲਿਆ ਜੋ ਮੇਰੇ ਵਿਆਹ ਦੇ ਮੌਕੇ 'ਤੇ ਮੇਰੇ ਪਤੀ ਨੇ ਮੈਨੂੰ ਮੂੰਹ ਦਿਖਾਈ ਤੇ ਦਿੱਤਾ ਸੀ ਤੇ ਵਿਆਹ ਦੇ 2 ਦਿਨਾਂ ਬਾਅਦ ਹੀ ਮੇਰੇ ਕਮਰੇ ਤੋਂ ਗਾਇਬ ਹੋ ਗਿਆ ਸੀ। ਮੈਨੂੰ ਹੁਣ ਤੱਕ ਨਹੀਂ ਮਿਲਿਆ ਸੀ। ਮੈਂ ਇਸ ਗੱਲ ਤੇ ਹੈਰਾਨ ਸੀ ਕਿ ਮੇਰੀ ਸੱਸ ਦੇ ਕਮਰੇ ਵਿੱਚ ਕਿਵੇਂ ਆਇਆ ਇਹ ਸੈੱਟ। ਉਸ ਦੇ ਬੈੱਡ ਦੇ ਦਰਾਜ਼ ਵਿੱਚ ਕਿਉਂ ਲੁਕੋ ਕੇ ਰੱਖਿਆ ਸੀ ਇਹ ਸੈੱਟ। ਮੇਰੀ ਸੱਸ ਨੇ ਚੁਰਾਇਆ ਸੀ, ਲੇਕਿਨ ਭਲਾ ਉਹ ਇਹੋ ਜਿਹਾ ਕਿਉਂ ਕਰੇਗੀ ਜਦ ਕਿ ਉਹ ਖੁਦ ਇਸ ਘਰ ਦੀ ਮਾਲਕਣ ਆ। ਮੇਰੇ ਨਾਲੋਂ ਜ਼ਿਆਦਾ ਤਾਂ ਉਸ ਦਾ ਇਸ ਘਰ 'ਤੇ ਹੱਕ ਆ। ਉਹ ਇੰਨੇ ਸਾਲਾਂ ਤੋਂ ਇਸ ਘਰ ਵਿੱਚ ਰਹਿ ਰਹੀ ਆ। ਉਸ ਦੇ ਕੋਲ ਇਸ ਤਰ੍ਹਾਂ ਦੇ ਬਹੁਤ ਸਾਰੇ ਸੈੱਟ ਹੋਣਗੇ। ਉਹਨਾਂ ਨੂੰ ਤਾਂ ਜ਼ਰੂਰਤ ਹੀ ਨਹੀਂ ਸੀ ਕਿ ਉਹ ਮੇਰਾ ਸੈੱਟ ਚੋਰੀ ਕਰਦੇ। ਹੋ ਸਕਦਾ ਸ਼ਾਇਦ ਕਿਸੇ ਨੌਕਰ ਨੇ ਹਰਕਤ ਕੀਤੀ ਹੋਵੇ,
ਲੇਕਿਨ ਜੇ ਕਿਸੇ ਨੌਕਰ ਨੇ ਹਰਕਤ ਕੀਤੀ ਤਾਂ ਉਹ ਉਸ ਨੂੰ ਚੋਰੀ ਕਰਕੇ ਆਪਣੇ ਨਾਲ ਲੈ ਜਾਂਦਾ। ਉਸਨੇ ਮੇਰੀ ਸੱਸ ਦੇ ਕਮਰੇ ਵਿੱਚ ਲਿਜਾ ਕੇ ਕਿਉਂ ਰੱਖਿਆ? ਮੈਂ ਉਸ ਸੈੱਟ ਨੂੰ ਉੱਥੋਂ ਚੁੱਕਿਆ ਅਤੇ ਪੂਰੇ ਕਮਰੇ ਦੀ ਤਲਾਸ਼ੀ ਲੈਣੀ ਸ਼ੁਰੂ ਕਰ ਦਿੱਤੀ। ਮੈਨੂੰ ਉੱਥੇ ਬਹੁਤ ਸਾਰੀਆਂ ਚੀਜ਼ਾਂ ਮਿਲੀਆਂ। ਸਾਰੀਆਂ ਚੀਜ਼ਾਂ ਮੇਰੀਆਂ ਹੀ ਸੀ ਜੋ ਵਿਆਹ ਦੇ ਬਾਅਦ ਬਹੁਤ ਹੀ ਗੁੰਮ ਹੋਣ ਲੱਗੀਆਂ ਸੀ। ਮੈਂ ਤਾਂ ਇਹ ਸਮਝ ਰਹੀ ਸੀ ਕਿ ਉਹ ਸਾਰੀਆਂ ਚੀਜ਼ਾਂ ਸ਼ਾਇਦ ਇਸ ਵਜ੍ਹਾ ਨਾਲ ਗੁੰਮ ਹੋ ਰਹੀਆਂ ਕਿ ਇਸ ਘਰ ਵਿੱਚ ਕੋਈ ਸਾਇਆ ਮੌਜੂਦ ਆ। ਲੇਕਿਨ ਹਕੀਕਤ ਤਾਂ ਇਹ ਸੀ ਕਿ ਇਹ ਸਾਰੀਆਂ ਚੀਜ਼ਾਂ ਮੇਰੀ ਸੱਸ ਦੇ ਕਮਰੇ ਵਿੱਚ ਮੌਜੂਦ ਸੀ। ਮੇਰੀ ਸੱਸ ਜੋ ਸਮਾਨ ਨੂੰ ਚੋਰੀ ਕਰਕੇ ਇੱਥੇ ਰੱਖ ਰਹੀ ਸੀ। ਲੇਕਿਨ ਮੇਰੀ ਸੱਸ ਅਜਿਹਾ ਕਿਉਂ ਕਰ ਰਹੀ ਸੀ, ਮੈਨੂੰ ਸਮਝ ਨਹੀਂ ਆ ਰਿਹਾ ਸੀ। ਫਿਰ ਅਚਾਨਕ ਹੀ ਨਾ ਜਾਣੇ ਕਿੱਥੇ ਚਲੀ ਗਈ। ਇਹ ਦੋਨੋਂ ਹੀ ਗੱਲਾਂ ਮੈਨੂੰ ਪਰੇਸ਼ਾਨ ਕਰੀ ਜਾ ਰਹੀਆਂ ਸੀ। ਘਰ ਦੀ ਨੌਕਰ ਕੋਲ ਜਾਣ ਤੋਂ ਬਾਅਦ ਮੈਨੂੰ ਇਹ ਪਤਾ ਲੱਗਿਆ ਕਿ ਵੱਡੀ ਬੇਗਮ ਸਾਹਿਬਾ ਸੁਬਾਹ ਤੋਂ ਹੀ ਘਰ ਤੋਂ ਚਲੀ ਗਈ ਆ। ਕਿੱਥੇ ਗਈ ਆ ਤੇ ਕਿਉਂ ਗਈ ਆ ਇਹ ਕਿਸੇ ਨੂੰ ਨਹੀਂ ਪਤਾ। ਮੇਰੇ ਪਤੀ ਦਾ ਕਹਿਣਾ ਸੀ ਕਿ ਉਹ ਆਪਣੇ ਰਿਸ਼ਤੇਦਾਰਾਂ ਦੇ ਘਰ ਗਈ ਆ। ਲੇਕਿਨ ਮੈਨੂੰ ਅੱਜ ਵੀ ਉਹ ਦਿਨ ਯਾਦ ਆ ਜਦੋਂ ਮੈਂ ਆਫਿਸ ਵਿੱਚ ਕੰਮ ਕਰਦੀ ਸੀ। ਉਸ ਸਮੇਂ ਮੇਰਾ ਸੰਜੇ ਨਾਲ ਵਿਆਹ ਹੋਇਆ ਨਹੀਂ ਸੀ, ਨਾ ਹੀ ਅਜਿਹੀ ਕੋਈ ਗੱਲਬਾਤ ਸੀ। ਉਸ ਸਮੇਂ ਉਹਨਾਂ ਨੇ ਮੈਨੂੰ ਦੱਸਿਆ ਸੀ ਕਿ ਉਹਨਾਂ ਦੇ ਕੋਈ ਵੀ ਕਰੀਬੀ ਰਿਸ਼ਤੇਦਾਰ ਨਹੀਂ ਆ। ਫਿਰ ਅਚਾਨਕ ਉਸ ਦੀ ਮਾਂ ਦੇ ਕਰੀਬੀ ਰਿਸ਼ਤੇਦਾਰ ਕਿੱਥੇ ਆ ਗਏ? ਕਿ ਮੇਰੇ ਪਤੀ ਮੈਨੂੰ ਝੂਠ ਬੋਲ ਰਹੇ ਆ ਜਾਂ ਮੇਰੀ ਸੱਸ ਠੀਕ ਕਹਿ ਰਹੀ ਆ? ਮੈਂ ਇਸ ਘਰ ਤੋਂ ਭੱਜ ਜਾਵਾਂ ਕਿ ਸੱਚਮੁੱਚ ਇਸ ਘਰ ਵਿੱਚ ਕੋਈ ਗੜਬੜ ਸੀ। ਇਸ ਵਜ੍ਹਾ ਨਾਲ ਮੇਰੇ ਪਤੀ ਨੇ ਮੇਰੀ ਸੱਸ ਨੂੰ ਇਸ ਘਰ ਵਿੱਚੋਂ ਗਾਇਬ ਕਰ ਦਿੱਤਾ ਸੀ ਤਾਂ ਉਹ ਮੈਨੂੰ ਸੱਚਾਈ ਨਾ ਦੱਸ ਸਕੇ। ਇਹ ਸਾਰੀਆਂ ਗੱਲਾਂ ਮੈਂ ਆਪਣੇ ਕਮਰੇ ਵਿੱਚ ਬੈਠੀ ਸੋਚ ਰਹੀ ਸੀ। ਸੱਸ ਦੇ ਕਮਰੇ ਵਿੱਚ ਮੇਰਾ ਜੋ ਸਮਾਨ ਮਿਲਿਆ ਸੀ ਮੈਂ ਆਪਣੇ ਨਾਲ ਲੈ ਆਈ। ਹੁਣ ਮੈਂ ਇਹ ਸਭ ਦੇ ਬਾਰੇ ਵਿੱਚ ਆਪਣੇ ਪਤੀ ਨਾਲ ਗੱਲ ਕਰਨਾ ਚਾਹੁੰਦੀ ਸੀ। ਇਹ ਸਾਰੀ ਹਕੀਕਤ ਉਹਨਾਂ ਨੂੰ ਦੱਸਣਾ ਚਾਹੁੰਦੀ ਸੀ ਕਿ ਆਖਰ ਉਹਨਾਂ ਦੀ ਮਾਂ ਦੇ ਵਿੱਚ ਅਜਿਹਾ ਕੀ ਹੋਇਆ ਸੀ ਜੋ ਮੈਨੂੰ ਪਤਾ ਨਹੀਂ। ਇਸ ਘਰ ਵਿੱਚ ਕੀ ਹੋ ਰਿਹਾ? ਪਹਿਲਾਂ ਮੇਰੀ ਜਦੋਂ ਵੀ ਕੋਈ ਚੀਜ਼ ਗੁੰਮ ਜਾਂਦੀ ਸੀ ਤਾਂ ਮੇਰਾ ਪਤੀ ਹਮੇਸ਼ਾ ਇਹੀ ਕਹਿੰਦਾ ਸੀ, ਮੈਂ ਤੈਨੂੰ ਨਵੀਂ ਲਿਆ ਦੇਵਾਂਗਾ, ਤੂੰ ਇੰਨੀਆਂ ਸੋਚਾਂ ਵਿਚਾਰ ਨਾ ਕਰਿਆ ਕਰ। ਜੋ ਚੀਜ਼ਾਂ ਚੋਰੀ ਹੋ ਗਈਆਂ ਉਹਨਾਂ ਨੂੰ ਚੋਰੀ ਹੋ ਜਾਣ ਦੇ, ਕੋਈ ਗੱਲ ਨਹੀਂ। ਮੈਂ ਇਹਨਾਂ ਸਭ ਚੀਜ਼ਾਂ ਨੂੰ ਚੁੱਕ ਕੇ ਆਪਣੇ ਕਮਰੇ ਵਿੱਚ ਲੈ ਆਈ ਤਾਂ ਕਿ ਮੈਂ ਆਪਣੇ ਪਤੀ ਨੂੰ ਦਿਖਾ ਸਕਾਂ ਤੇ ਉਸ ਤੋਂ ਪੁੱਛ ਸਕਾਂ ਕਿ ਇਹ ਸਭ ਸਮਾਨ ਮੈਨੂੰ ਤੇਰੀ ਮਾਂ ਦੇ ਕਮਰੇ 'ਚੋਂ ਮਿਲਿਆ ਤਾਂ ਭਲਾ ਉਹਨਾਂ ਨੇ ਮੇਰਾ ਸਮਾਨ ਚੁਰਾਇਆ ਹੀ ਕਿਉਂ ਆ? ਕੀ ਉਹ ਵਿਆਹ ਤੋਂ ਖੁਸ਼ ਨਹੀਂ ਜਾਂ ਫਿਰ ਕੋਈ ਹੋਰ ਕਾਰਨ ਆ? ਜੋ ਵੀ ਹੈ ਸੱਚ ਸਾਹਮਣੇ ਆਉਣ ਵਾਲਾ ਸੀ। ਮੈਂ ਵੀ ਸੱਚ ਜਾਣਦੇ ਬਗੈਰ ਇਸ ਘਰ ਵਿੱਚ ਨਹੀਂ ਰਹਿਣਾ ਚਾਹੁੰਦੀ ਸੀ। ਮੇਰੀਆਂ ਸਾਰੀਆਂ ਮਜਬੂਰੀਆਂ ਇੱਕ ਤਰਫ, ਲੇਕਿਨ ਇੰਨੀ ਵੱਡੀ ਗੱਲ ਇੱਕ ਪਾਸੇ। ਇਹ ਕੋਈ ਆਮ ਗੱਲ ਨਹੀਂ ਸੀ ਕਿ ਮੈਂ ਮਾਮੂਲੀ ਸਮਝ ਕੇ ਨਜ਼ਰਅੰਦਾਜ਼ ਕਰ ਦਿੰਦੀ। ਜੇ ਕੋਈ ਨੌਕਰ ਇਸ ਤਰ੍ਹਾਂ ਦੀ ਕੋਈ ਹਰਕਤ ਕਰਦਾ ਤਾਂ ਸਮਝ ਵਿੱਚ ਆਉਂਦਾ ਸੀ, ਲੇਕਿਨ ਘਰ ਦੀ ਮਾਲਕਣ ਅਜਿਹਾ ਕਿਉਂ ਕਰ ਰਹੀ ਸੀ? ਜ਼ਰੂਰ ਇਸ ਦੇ ਪਿੱਛੇ ਕੋਈ ਵੱਡੀ ਵਜ੍ਹਾ ਸੀ ਅਤੇ ਜਿਸ ਨੂੰ ਮੇਰੇ ਪਤੀ ਚੰਗੀ ਤਰ੍ਹਾਂ ਜਾਣਦੇ ਸੀ, ਲੇਕਿਨ ਸ਼ਾਇਦ ਮੈਨੂੰ ਦੱਸਣਾ ਨਹੀਂ ਚਾਹੁੰਦੇ ਸੀ ਤੇ ਮੈਨੂੰ ਸਾਰੀਆਂ ਚੀਜ਼ਾਂ ਤੋਂ ਦੂਰ ਰੱਖਣਾ ਚਾਹੁੰਦੇ ਸੀ। ਜਦ ਕਿ ਅਸੀਂ ਕਿਸੇ ਇਨਸਾਨ ਨੂੰ ਸੱਚਾਈ ਤੋਂ ਜਿੰਨਾ ਦੂਰ ਰੱਖਣ ਦੀ ਕੋਸ਼ਿਸ਼ ਕਰਦੇ ਹਾਂ, ਉਹ ਇਨਸਾਨ ਓਨਾ ਹੀ ਉਸ ਦਾ ਪਿੱਛਾ ਕਰਦਾ ਤੇ ਫਿਰ ਇੱਕ ਦਿਨ ਸਾਰੀ ਹਕੀਕਤ ਜਾਣ ਕੇ ਹੀ ਦਮ ਲੈਂਦਾ। ਮੈਂ ਕਦੇ ਵੀ ਡਰਪੋਕ ਨਹੀਂ ਰਹੀ ਸੀ। ਮੈਂ ਹਮੇਸ਼ਾ ਹੀ ਬਹਾਦਰੀ ਅਤੇ ਹਾਲਾਤ ਦਾ ਸਾਹਮਣਾ ਕੀਤਾ ਸੀ, ਕਦੇ ਵੀ ਡਰ ਕੇ ਪਿੱਛੇ ਹਟਣ ਵਾਲੀ ਨਹੀਂ ਸੀ ਤੇ ਅੱਜ ਵੀ ਇਸ ਦੇ ਪਿੱਛੇ ਨਹੀਂ ਹਟੀ ਸੀ। ਜੇ ਇਸ ਰਾਜ ਨੂੰ ਜਾਣਨ ਦੀ ਕੀਮਤ ਵੀ ਮੈਨੂੰ ਅਦਾ ਕਰਨੀ ਪਈ ਤਾਂ ਮੈਂ ਇਸ ਨੂੰ ਘਰ ਨੂੰ ਛੱਡਣਾ ਪਵੇ ਤਾਂ ਮੈਂ ਇਸ ਕੀਮਤ ਨੂੰ ਅਦਾ ਕਰਨ ਦੇ ਲਈ ਤਿਆਰ ਸੀ। ਮੈਂ ਜਾਣਦੀ ਸੀ ਕਿ ਮੈਨੂੰ ਆਪਣੇ ਪਤੀ ਦੀ ਇਸ ਸਮੇਂ ਸਭ ਤੋਂ ਜ਼ਿਆਦਾ ਜ਼ਰੂਰਤ ਆ, ਕਿਉਂਕਿ ਇੱਕ ਤਾਂ ਉਸਨੇ ਮੈਨੂੰ ਆਪਣੇ ਘਰ ਵਿੱਚ ਜਗ੍ਹਾ ਦਿੱਤੀ ਆ ਤੇ ਮੈਨੂੰ ਇੱਜ਼ਤ ਦਿੱਤੀ ਆ, ਮਾਣ ਦਿੱਤਾ, ਤੇ ਦੂਜਾ ਉਸ ਦਾ ਮੇਰੇ ਉੱਤੇ ਬਹੁਤ ਵੱਡਾ ਅਹਿਸਾਨ ਆ। ਉਹ ਮੇਰੇ ਘਰ ਵਾਲਿਆਂ ਦਾ ਵੀ ਬਹੁਤ ਧਿਆਨ ਰੱਖਦਾ। ਲੇਕਿਨ ਇਸ ਦੇ ਬਾਵਜੂਦ ਵੀ ਮੈਨੂੰ ਇੰਨੀ ਵੱਡੀ ਗੱਲ ਨੂੰ ਲੁਕੋ ਕੇ ਚੁੱਪ ਕਰਕੇ ਮੈਂ ਨਹੀਂ ਰਹਿ ਸਕਦੀ ਸੀ। ਮੈਨੂੰ ਹੁਣ ਆਪਣੇ ਪਤੀ ਦੇ ਆਉਣ ਦਾ ਇੰਤਜ਼ਾਰ ਸੀ। ਉਸ ਦੇ ਆਉਂਦੇ ਹੀ ਮੈਂ ਉਹ ਸਾਰੀਆਂ ਚੀਜ਼ਾਂ ਉਸ ਦੇ ਸਾਹਮਣੇ ਰੱਖ ਦਿੱਤੀਆਂ ਤੇ ਉਸ ਤੋਂ ਪੁੱਛਣ ਲੱਗੀ ਕਿ ਇਹ ਸਭ ਕੀ ਆ। ਉਹ ਸਾਰੀਆਂ ਚੀਜ਼ਾਂ ਵੇਖ ਕੇ ਚੁੱਪ ਹੋ ਗਿਆ। ਮੈਂ ਕਿਹਾ, ਇਸ ਵਾਰੀ ਵਿੱਚ ਵੀ ਤੁਸੀਂ ਪਹਿਲਾਂ ਹੀ ਤੋਂ ਹੀ ਜਾਣਦੇ ਹੋ ਨਾ, ਜਾਂ ਇਹ ਸਭ ਕੁਝ ਤੁਹਾਡੀ ਮਾਂ ਨੇ ਕੀਤਾ? ਲੇਕਿਨ ਸੰਜੇ ਨੇ ਮੈਨੂੰ ਨਹੀਂ ਦੱਸਿਆ ਉਸ ਦੀ ਮਾਂ ਅਜਿਹਾ ਕਿਉਂ ਕਰਦੀ ਸੀ। ਉਸਨੇ ਮੇਰੇ ਤੋਂ ਇਹ ਸੱਚ ਲੁਕੋ ਲਿਆ, ਲੇਕਿਨ ਫਿਰ ਵੀ ਮੈਂ ਘਰ ਛੱਡ ਕੇ ਚਲੇ ਜਾਣ ਦੀ ਧਮਕੀ ਦਿੱਤੀ। ਫਿਰ ਸੰਜੇ ਨੇ ਸਭ ਕੁਝ ਦੱਸ ਦਿੱਤਾ ਕਿ ਜੋ ਵੀ ਕੀਮਤੀ ਚੀਜ਼ਾਂ ਗਾਇਬ ਹੋ ਜਾਂਦੀਆਂ, ਇਹਨਾਂ ਸਭ ਦੇ ਪਿੱਛੇ ਮੇਰੀ ਮਾਂ ਦਾ ਹੱਥ ਆ। ਮੈਂ ਸੰਜੇ ਨੂੰ ਕਿਹਾ, ਭਲਾ ਤੁਹਾਡੀ ਮਾਂ ਨੂੰ ਇਹ ਚੀਜ਼ਾਂ ਲੁਕਾਉਣ ਦੀ ਕੀ ਜ਼ਰੂਰਤ ਪਈ ਆ? ਉਹ ਤਾਂ ਘਰ ਦੀ ਮਾਲਕਣ ਆ, ਉਸ ਦੇ ਕੋਲ ਤਾਂ ਮੇਰੇ ਨਾਲੋਂ ਵੀ ਜ਼ਿਆਦਾ ਮਹਿੰਗੀਆਂ ਚੀਜ਼ਾਂ ਮੌਜੂਦ ਹੋਣਗੀਆਂ। ਫਿਰ ਇਹਨਾਂ ਮਾਮੂਲੀ ਚੀਜ਼ਾਂ ਦੀ ਕੀ ਜ਼ਰੂਰਤ ਪਈ ਸੀ? ਵੈਸੇ ਵੀ ਮੇਰੇ ਪਤੀ ਨੇ ਮੈਨੂੰ ਇੰਨਾ ਝੂਠ ਬੋਲਿਆ ਸੀ ਕਿ ਮੇਰੀ ਸੱਸ ਆਪਣੇ ਰਿਸ਼ਤੇਦਾਰ ਦੇ ਘਰ ਗਈ ਆ, ਜਦ ਕਿ ਉਹਨਾਂ ਦੇ ਤਾਂ ਕੋਈ ਕਰੀਬੀ ਰਿਸ਼ਤੇਦਾਰ ਹੀ ਨਹੀਂ ਸੀ। ਮੇਰੇ ਪਤੀ ਦਾ ਕਹਿਣਾ ਸੀ ਕਿ ਉਹ ਇਹ ਸਭ ਕੁਝ ਮੈਨੂੰ ਕਦੇ ਨਹੀਂ ਦੱਸਣਾ ਚਾਹੁੰਦੇ ਸੀ, ਲੇਕਿਨ ਹੁਣ ਇਹ ਸੱਚਾਈ ਦੱਸਣੀ ਜ਼ਰੂਰੀ ਹੋ ਗਈ ਆ। ਫਿਰ ਮੇਰੇ ਪਤੀ ਨੇ ਮੈਨੂੰ ਪੂਰਾ ਸੱਚ ਦੱਸਿਆ ਕਿ ਇਸ ਘਰ ਵਿੱਚ ਜੋ ਔਰਤ ਮੌਜੂਦ ਆ
ਉਹ ਮੇਰੀ ਮਾਂ ਨਹੀਂ ਬਲਕਿ ਉਹ ਮੇਰੇ ਪਾਪਾ ਦੀ ਦੂਜੀ ਪਤਨੀ ਆ। ਮੇਰੀ ਅਸਲੀ ਮਾਂ ਤਾਂ ਮੈਨੂੰ ਜਨਮ ਦਿੰਦੇ ਹੀ ਮਰ ਗਈ ਸੀ, ਜਦਕਿ ਇਹ ਔਰਤ ਮੇਰੇ ਪਾਪਾ ਦੇ ਆਫਿਸ ਵਿੱਚ ਕੰਮ ਕਰਦੀ ਸੀ। ਮੇਰੇ ਪਾਪਾ ਦੀ ਇੱਕ ਮਾਮੂਲੀ ਜਿਹੀ ਸੈਕਟਰੀ ਸੀ, ਜਿਸ ਨੇ ਦੌਲਤ ਦੀ ਖਾਤਰ ਲਾਲਚ ਵਿੱਚ ਆ ਕੇ ਮੇਰੇ ਪਾਪਾ ਨਾਲ ਵਿਆਹ ਕਰਵਾ ਲਿਆ। ਇਹ ਮੇਰੇ ਪਾਪਾ ਦੇ ਮੁਕਾਬਲੇ ਉਮਰ ਵਿੱਚ ਬਹੁਤ ਛੋਟੀ ਸੀ। ਮੇਰੇ ਪਾਪਾ ਜੋ ਕਿ ਇੱਕ ਬੇਟੇ ਦੇ ਬਾਪ ਸੀ, ਉਹ ਔਰਤ ਘੱਟ ਉਮਰ ਹੋਣ ਦੇ ਕਾਰਨ ਨਾਲ ਖੂਬਸੂਰਤ ਵੀ ਸੀ। ਇਸ ਵਜ੍ਹਾ ਨਾਲ ਉਹ ਮੇਰੇ ਪਾਪਾ ਨੂੰ ਫਸਾਉਣ ਵਿੱਚ ਕਾਮਯਾਬ ਹੋ ਗਈ ਤੇ ਵਿਆਹ ਦੇ ਲਈ ਰਾਜ਼ੀ ਕਰ ਲਿਆ ਸੀ। ਸੰਜੇ ਨੇ ਦੱਸਿਆ ਕਿ ਉਸ ਸਮੇਂ ਮੈਂ ਜ਼ਿਆਦਾ ਛੋਟਾ ਸੀ ਜਦੋਂ ਮੇਰੀ ਮਾਂ ਮਰ ਗਈ ਸੀ। ਮੇਰੇ ਪਾਪਾ ਨੂੰ ਲੱਗਣ ਲੱਗਾ ਸੀ ਕਿ ਹੁਣ ਘਰ ਵਿੱਚ ਇੱਕ ਔਰਤ ਦੀ ਜ਼ਰੂਰਤ ਆ ਜੋ ਛੋਟੇ ਬੱਚੇ ਦਾ ਖਿਆਲ ਰੱਖ ਸਕੇ। ਛੋਟੇ ਬੱਚੇ ਨੂੰ ਮਾਂ ਦੀ ਜ਼ਰੂਰਤ ਸੀ। ਸੰਜੇ ਨੇ ਦੱਸਿਆ ਕਿ ਉਸ ਸਮੇਂ ਮੈਂ 8 ਸਾਲ ਦਾ ਸੀ ਜਦੋਂ ਮੇਰੇ ਪਾਪਾ ਨੇ ਦੂਜਾ ਵਿਆਹ ਕੀਤਾ ਸੀ ਤੇ ਇਸ ਔਰਤ ਨੂੰ ਘਰ ਲੈ ਆਏ ਸੀ। ਮੈਨੂੰ ਇਸ ਔਰਤ ਨਾਲ ਕੋਈ ਜਾਤੀ ਦੁਸ਼ਮਣੀ ਨਹੀਂ ਸੀ, ਲੇਕਿਨ ਜਿਵੇਂ ਜਿਵੇਂ ਸਮਾਂ ਗੁਜ਼ਰਦਾ ਗਿਆ ਉਸ ਦੀ ਅਸਲੀਅਤ ਖੁੱਲ੍ਹ ਕੇ ਆਉਂਦੀ ਰਹੀ। ਉਹ ਬਹੁਤ ਹੀ ਚਲਾਕ ਹੋਣ ਦੇ ਨਾਲ ਬਹੁਤ ਧੋਖੇਬਾਜ਼ ਵੀ ਸੀ। ਉਸਨੇ ਸਿਰਫ ਦੌਲਤ ਦੀ ਖਾਤਰ ਹੀ ਵਿਆਹ ਕੀਤਾ ਸੀ। ਉਹ ਮੇਰੇ ਪਾਪਾ ਦੇ ਸਾਹਮਣੇ ਤਾਂ ਉਹਨਾਂ ਦੀ ਤਾਰੀਫ ਕਰਦੀ ਤੇ ਫਿਰ ਬਾਅਦ ਵਿੱਚ ਆਪਣੀਆਂ ਦੋਸਤਾਂ ਨਾਲ ਬੈਠ ਕੇ ਉਹਨਾਂ ਦਾ ਮਜ਼ਾਕ ਬਣਾਇਆ ਕਰਦੀ ਸੀ ਅਤੇ ਬੁੱਢਾ ਕਹਿ ਕੇ ਗੱਲ ਕਰਿਆ ਕਰਦੀ ਸੀ। ਨਾਲ ਹੀ ਇਹ ਵੀ ਕਹਿੰਦੀ ਸੀ ਕਿ ਮੈਂ ਕਿੱਥੇ ਫਸ ਗਈ ਇਸ ਬੁੱਢੇ ਨਾਲ ਵਿਆਹ ਕਰਕੇ। ਮੈਂ ਉਸ ਸਮੇਂ 8 ਸਾਲ ਦਾ ਸੀ, ਛੋਟਾ ਸੀ, ਲੇਕਿਨ ਸਭ ਸਮਝਦਾ ਸੀ। ਮੈਨੂੰ ਉਹ ਔਰਤ ਹੁਣ ਬੁਰੀ ਲੱਗਣ ਲੱਗੀ ਸੀ ਜੋ ਮੇਰੇ ਬਾਪ ਦੇ ਬਾਰੇ ਵਿੱਚ ਅਜਿਹਾ ਸੋਚਦੀ ਸੀ। ਮੇਰੇ ਬਾਪ ਦੇ ਪੈਸਿਆਂ ਤੇ ਐਸ਼ ਕਰਦੀ ਰਹੀ ਤੇ ਮੇਰੇ ਬਾਪ ਨੂੰ ਹੀ ਬੁਰਾ ਕਹਿੰਦੀ ਸੀ। ਮੈਂ ਆਪਣੇ ਪਾਪਾ ਦੇ ਬਹੁਤ ਕਰੀਬ ਸੀ, ਲੇਕਿਨ ਦੌਲਤ ਹਾਸਲ ਕਰਨ ਦੇ ਲਾਲਚ ਵਿੱਚ ਆ ਕੇ ਮੇਰੀ ਮਾਂ ਨੇ ਮੈਨੂੰ ਮੇਰੇ ਪਾਪਾ ਤੋਂ ਦੂਰ ਕਰ ਦਿੱਤਾ। ਦੋਨੋਂ ਬਾਪ ਬੇਟੇ ਵਿੱਚ ਇੱਕ ਦੂਜੇ ਨੂੰ ਦੂਰ ਕਰਨ ਦੇ ਲਈ ਉਸਨੇ ਬਹੁਤ ਸਾਜ਼ਿਸ਼ਾਂ ਰਚੀਆਂ ਤੇ ਪੂਰੇ ਘਰ ਉੱਤੇ ਖੁਦ ਕਬਜ਼ਾ ਕਰ ਲਿਆ। ਉਹ ਕੀਮਤੀ ਚੀਜ਼ਾਂ ਲੁਕੋ ਲਿਆ ਕਰਦੀ ਸੀ, ਆਪਣੇ ਰਿਸ਼ਤੇਦਾਰਾਂ ਤੱਕ ਪਹੁੰਚਾ ਦਿੰਦੀ ਸੀ ਤੇ ਮੇਰੇ ਪਾਪਾ ਦੇ ਸਾਹਮਣੇ ਕਹਿੰਦੀ ਸੀ ਕਿ ਤੇਰੇ ਬੇਟੇ ਸੰਜੇ ਨੂੰ ਗਲਤ ਆਦਤ ਲੱਗ ਗਈ ਆ। ਉਹ ਘਰ ਦਾ ਕੀਮਤੀ ਸਮਾਨ ਲਿਜਾ ਕੇ ਵੇਚ ਦਿੰਦਾ ਤੇ ਬਾਹਰ ਅਯਾਸ਼ੀਆਂ ਕਰਦਾ। ਹੁਣ ਮੇਰੇ ਪਾਪਾ ਘਰ ਹੀ ਹੁੰਦੇ ਸੀ। ਉਹ ਸਾਰਾ ਦਿਨ ਬਾਹਰ ਘੁੰਮਦੀ ਰਹਿੰਦੀ ਤੇ ਕੰਮ ਵੀ ਆਪਣੀ ਮਰਜ਼ੀ ਨਾਲ ਹੀ ਕਰਦੀ। ਮੇਰੇ ਪਾਪਾ ਨੇ ਵੀ ਉਸ ਸਮੇਂ ਉਸ ਨੂੰ ਪੂਰਾ ਹੱਕ ਦੇ ਰੱਖਿਆ ਸੀ। ਉਹ ਜੋ ਚਾਹੇ ਕਰ ਸਕਦੀ ਆ ਤੇ ਇਸ ਘਰ ਨੇ ਔਰਤ ਨੇ ਮੇਰੇ ਉੱਪਰ ਬਹੁਤ ਜ਼ੁਲਮ ਢਾਏ। ਇਸ ਨੇ ਮੇਰੇ ਬਾਪ ਨੂੰ ਮੇਰੇ ਨਾਲੋਂ ਦੂਰ ਕਰ ਦਿੱਤਾ ਸੀ ਤੇ ਸਮੇਂ ਦਾ ਕੰਮ ਹੈ ਗੁਜ਼ਰਨਾ, ਲੇਕਿਨ ਉਸ ਦੇ ਨਾਲ ਬਹੁਤ ਕੁਝ ਬਦਲ ਜਾਂਦਾ ਏ। ਸਾਡੇ ਘਰ ਦੇ ਹਾਲਾਤ ਵੀ ਕੁਝ ਬਦਲ ਗਏ। ਕੱਲ੍ਹ ਤੱਕ ਤਾਂ ਜੋ ਸਾਰੇ ਹੱਕ ਅਤੇ ਘਰ ਦੀ ਬਾਗਡੋਰ ਉਸ ਔਰਤ ਦੇ ਹੱਥ ਵਿੱਚ ਸੀ, ਅੱਜ ਉਹ ਮੇਰੇ ਕੋਲ ਆ। ਪਾਪਾ ਨੇ ਸਾਰੀ ਵਸੀਅਤ ਮੇਰੇ ਨਾਮ ਬਣਵਾ ਦਿੱਤੀ ਸੀ, ਜਿਸ ਨਾਲ ਸਾਰੀ ਦੌਲਤ ਉਹਨਾਂ ਨੇ ਮੇਰੇ ਨਾਮ ਕਰ ਦਿੱਤੀ। ਮੇਰੇ ਪਾਪਾ ਨੂੰ ਵੀ ਉਸ ਬਾਰੇ ਸਭ ਪਤਾ ਲੱਗ ਗਿਆ ਸੀ ਕਿ ਉਹ ਕਿਹੋ ਜਿਹੀ ਔਰਤ ਆ ਵਿਆਹ ਕੇ ਲਿਆਂਦੀ ਸੀ। ਇਸ ਕਰਕੇ ਉਸ ਨੂੰ ਘਰੋਂ ਤਾਂ ਨਹੀਂ ਕੱਢ ਸਕਦਾ ਸੀ। ਜੇ ਉਸ ਨੂੰ ਘਰੋਂ ਕੱਢਦਾ ਤਾਂ ਤਲਾਕ ਦਿੰਦਾ ਤਾਂ ਉਸ ਨੂੰ ਅੱਧਾ ਹਿੱਸਾ ਦੇਣਾ ਪੈਂਦਾ ਸੀ। ਜਦੋਂ ਮੇਰੀ ਸਤੇਲੀ ਮਾਂ ਨੂੰ ਪਤਾ ਲੱਗਿਆ ਕਿ ਮੇਰੇ ਹੱਥ ਕੁਝ ਵੀ ਨਹੀਂ ਆਉਣ ਵਾਲਾ ਤਾਂ ਉਸ ਨੇ ਹਾਲਾਤਾਂ ਦੇ ਸਾਹਮਣੇ ਸਿਰ ਝੁਕਾ ਲਿਆ ਤੇ ਮੈਨੂੰ ਮੇਰੇ ਕਹਿਣ ਦੇ ਅਨੁਸਾਰ ਇਸ ਘਰ ਵਿੱਚ ਰਹਿਣ ਲੱਗੀ। ਮੈਂ ਸਿਰਫ ਇਨਸਾਨੀਅਤ ਦੇ ਨਾਤੇ ਇਸ ਘਰ ਵਿੱਚ ਉਸ ਨੂੰ ਰੱਖ ਰਿਹਾ ਕਿਉਂਕਿ ਮੇਰੇ ਬਾਪ ਨੇ ਉਸ ਨਾਲ ਵਿਆਹ ਕੀਤਾ ਸੀ ਤੇ ਹੁਣ ਉਸ ਦਾ ਕੋਈ ਹੋਰ ਟਿਕਾਣਾ ਵੀ ਨਹੀਂ ਸੀ। ਮੈਂ ਉਸ ਨੂੰ ਇੱਕ ਕਮਰੇ ਦੀ ਜਗ੍ਹਾ ਦੇ ਦਿੱਤੀ ਸੀ, ਲੇਕਿਨ ਜਦੋਂ ਮੇਰਾ ਵਿਆਹ ਤੇਰੇ ਨਾਲ ਹੋਇਆ ਤਾਂ ਇਸ ਔਰਤ ਨੇ ਠਾਣ ਲਿਆ ਸੀ ਕਿ ਮੇਰਾ ਘਰ ਬਸਣ ਨਹੀਂ ਦੇਵੇਗੀ। ਇਸ ਲਈ ਉਹ ਤੈਨੂੰ ਇੱਥੋਂ ਭੱਜ ਜਾਣ ਨੂੰ ਕਹਿੰਦੀ ਆ ਤੇ ਕਿਤੇ ਤੂੰ ਇਸ ਘਰ ਵਿੱਚ ਰਹਿ ਕੇ ਜਗ੍ਹਾ ਨਾ ਬਣਾ ਲਵੇਂ, ਇਸ ਘਰ ਦੀ ਮਾਲਕਣ ਨਾ ਬਣ ਜਾਵੇਂ। ਮੈਂ ਕੰਮ ਦੀ ਵਜ੍ਹਾ ਨਾਲ ਸਾਰਾ ਦਿਨ ਘਰ ਤੋਂ ਬਾਹਰ ਰਹਿੰਦਾ ਸੀ। ਇਸ ਵਿੱਚ ਪੂਰੇ ਘਰ ਵਿੱਚ ਮੇਰੀ ਸਤੇਲੀ ਮਾਂ ਦੀ ਹੀ ਮਰਜ਼ੀ ਚੱਲਦੀ ਸੀ। ਇਸ ਲਈ ਉਹ ਤੈਨੂੰ ਮੇਰੇ ਘਰ ਤੋਂ ਕੱਢਣਾ ਚਾਹੁੰਦੀ ਸੀ। ਉਹ ਤੈਨੂੰ ਡਰਾਉਂਦੀ ਸੀ ਕਿ ਤੂੰ ਡਰ ਕੇ ਇਸ ਘਰ ਚੋਂ ਭੱਜ ਜਾਵੇਂ, ਤੈਨੂੰ ਲੱਗੇ ਕਿ ਇਸ ਘਰ ਵਿੱਚ ਕੋਈ ਭੂਤ ਦਾ ਸਾਇਆ ਹੈ ਤੇ ਤੂੰ ਇੱਥੋਂ ਚਲੀ ਜਾਵੇਂ। ਮੈਨੂੰ ਸੰਜੇ ਦੀ ਗੱਲ ਸੁਣ ਕੇ ਹੁਣ ਮੇਰਾ ਦਿਲ ਨੂੰ ਸਕੂਨ ਆ ਗਿਆ ਸੀ। ਮੈਂ ਆਪਣਾ ਘਰ ਛੱਡਣ ਦਾ ਇਰਾਦਾ ਛੱਡ ਦਿੱਤਾ ਸੀ। ਇਹੀ ਵਜ੍ਹਾ ਸੀ ਕਿ ਮੇਰਾ ਪਤੀ ਆਪਣੀ ਮਾਂ ਦੀ ਕੋਈ ਇੱਜ਼ਤ ਤੇ ਸਨਮਾਨ ਨਹੀਂ ਕਰਦਾ ਸੀ ਤੇ ਨਾ ਹੀ ਉਸ ਦੇ ਨਾਲ ਜ਼ਿਆਦਾ ਗੱਲ ਕਰਦਾ ਸੀ। ਇਨਸਾਨੀਅਤ ਦੇ ਨਾਤੇ ਉਸ ਨੂੰ ਆਪਣੀ ਸਤੇਲੀ ਮਾਂ ਨੂੰ ਬਸ ਘਰ ਵਿੱਚ ਰੱਖਿਆ ਹੋਇਆ ਸੀ ਤੇ ਜਦੋਂ ਸੰਜੇ ਨੂੰ ਇਹ ਗੱਲ ਪਤਾ ਚੱਲੀ ਕਿ ਉਸ ਦੀ ਸਤੇਲੀ ਮਾਂ ਉਸ ਦਾ ਘਰ ਤੋੜਨਾ ਚਾਹੁੰਦੀ ਆ ਤਾਂ ਸੰਜੇ ਨੇ ਆਪਣੀ ਸਤੇਲੀ ਮਾਂ ਨੂੰ ਉਸ ਦੇ ਕਿਸੇ ਰਿਸ਼ਤੇਦਾਰ ਦੇ ਘਰ ਭੇਜ ਦਿੱਤਾ। ਸੰਜੇ ਨੇ ਮੈਨੂੰ ਦੱਸਿਆ ਕਿ ਹੁਣ ਮੇਰੀ ਸਤੇਲੀ ਮਾਂ ਹਮੇਸ਼ਾ ਲਈ ਰਿਸ਼ਤੇਦਾਰ ਦੇ ਘਰ ਹੀ ਰਹੇਗੀ, ਇਸ ਘਰ ਵਿੱਚ ਨਹੀਂ ਆਵੇਗੀ। ਇਹ ਪੂਰਾ ਘਰ ਤੇਰਾ ਹੈ ਤੇ ਇਸ ਘਰ ਦੀ ਮਾਲਕਣ ਤੂੰ ਆ। ਮੈਂ ਨਹੀਂ ਚਾਹੁੰਦਾ ਕਿ ਉਹ ਔਰਤ ਇਸ ਘਰ ਵਿੱਚ ਆਵੇ ਤੇ ਆਪਣੇ ਘਰ ਨੂੰ ਇੱਕ ਵਾਰ ਫਿਰ ਤੋਂ ਤੋੜ ਦੇਵੇ, ਕਿਉਂਕਿ ਮੈਂ ਤੇ ਮੇਰੇ ਬਾਪ ਨੇ ਇਸ ਘਰ ਨੂੰ ਫਿਰ ਤੋਂ ਬਹੁਤ ਮੁਸ਼ਕਲਾਂ ਨਾਲ ਸਵਰਗ ਬਣਾਇਆ ਹੈ, ਕਿਉਂਕਿ ਸਾਨੂੰ ਪਤਾ ਸੀ ਕਿ ਤੇਰੇ ਵਰਗੀ ਕੁੜੀ ਹੀ ਇਸ ਘਰ ਨੂੰ ਸਵਰਗ ਬਣਾ ਸਕਦੀ ਆ। ਇਸ ਲਈ ਤੁਹਾਡੇ ਗਰੀਬ ਹੋਣ ਤੇ ਵੀ ਸਾਨੂੰ ਕੋਈ ਇਤਰਾਜ਼ ਨਹੀਂ ਸੀ ਤੇ ਮੈਂ ਤੇਰੇ ਨਾਲ ਵਿਆਹ ਕਰਵਾ ਲਿਆ। ਮੈਨੂੰ ਹੁਣ ਇਹ ਸਭ ਸੁਣ ਕੇ ਤਸੱਲੀ ਹੋ ਗਈ। ਮੈਂ ਰੱਬ ਅੱਗੇ ਪ੍ਰਾਰਥਨਾ ਕਰਦੀ ਹਾਂ ਕਿ ਸਾਡੇ ਘਰ ਇਸ ਤਰ੍ਹਾਂ ਹੀ ਹਮੇਸ਼ਾ ਖੁਸ਼ੀਆਂ ਭਰਿਆ ਬਣਿਆ ਰਹੇ ਅਤੇ ਸਾਡੇ ਪਤੀ ਪਤਨੀ ਵਿੱਚ ਵੀ ਪਿਆਰ ਮੁਹੱਬਤ ਇਸੇ ਤਰ੍ਹਾਂ ਹੀ ਬਣਿਆ ਰਹੇ।